नंदन पंकज बंदन सिमरो अंगद दोख निकंदन अमरदास गुर हृदय नित त्यावो हृदय नित त्यावो श्री गुरु रामदास गुण गावो श्री अर्जन विघ्नन के नासक विघ्नन के नासक हर गोविंद शुभ सुमत परकासक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन सीसा जी पुन पुन सीसा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग कंकर सतगुरु ते प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी दोहरा पै पियाए पुन मातले सूती सुठ पर अंक पलक जुटी सुंदर बदन सदन हिलाद मयंक वाहिगुरु जी का खालसा वाहिगुरु जी की फतेह। जुगो जुग अटल शब्द गुरु बाणी के बोहित चवर तखत दे मालिक दसां पातशाहियां जी के आत्मक जोत स्वरूप साहिब श्री गुरु ग्रंथ साहिब जी दे हजूर ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ।
ਜਦੋਂ ਸਤਿਗੁਰਾਂ ਜੀ ਦੀ ਸਰੀਰਕ ਉਮਰ 5 ਸਾਲ ਦੀ ਹੁੰਦੀ ਹੈ ਤਾਂ ਸਤਿਗੁਰਾਂ ਜੀ ਨੂੰ ਘਰੋਂ ਜੋ ਚੀਜ਼ ਮਿਲਦੀ ਉਸ ਨੂੰ ਬਾਹਰ ਲੈ ਜਾਂਦੇ, ਲੋੜਵੰਦ ਨੂੰ ਦੇ ਆਉਂਦੇ ਤੇ ਵਾਪਸ ਉਹ ਚੀਜ਼ ਘਰੇ ਨਹੀਂ ਆਉਂਦੀ। ਮਾਤਾ ਜੀ ਨੇ ਇੱਕ ਦਿਨ ਵੇਖ ਲਿਆ, ਫਿਰ ਸਤਿਗੁਰਾਂ ਜੀ ਦੇ ਪਿਤਾ ਜੀ ਨੂੰ ਦੱਸਦੇ ਆ ਵੀ ਅੱਜ ਪਤਾ ਚੱਲਿਆ ਵੀ ਆਪਣਾ ਸਮਾਨ ਕਿੱਥੇ ਜਾਂਦਾ ਹੈ, ਇਹ ਤੁਹਾਡਾ ਲਾਡਲਾ ਹੀ ਹੈ, ਇਹੀ ਖਿੱਚ ਧੂ ਕੇ ਵੱਡੀਆਂ ਚੀਜ਼ਾਂ ਬਾਹਰ ਲੈ ਕੇ ਜਾਂਦਾ ਹੈ ਤੇ ਮੁੜ ਕੇ ਉਹ ਚੀਜ਼ ਵਾਪਸ ਨਹੀਂ ਆਉਂਦੀ। ਇਹਨੇ ਅੱਜ ਤੱਕ ਸਾਰਾ ਸਮਾਨ ਗਾਇਬ ਕੀਤਾ। ਤਾਂ ਪਿਤਾ ਜੀ ਨੇ ਜਦੋਂ ਐਸਾ ਵੇਖਿਆ ਤਾਂ ਉਲਾਮਾ ਦੇਣ ਵਾਸਤੇ ਹਰਦਿਆਲ ਪ੍ਰੋਹਤ ਜੀ ਕੋਲ ਗਏ ਤੇ ਜਾ ਕੇ ਕਹਿਣ ਲੱਗੇ, ਪੰਡਤ ਜੀ ਮੈਨੂੰ ਖੁਸ਼ ਕਰਨ ਵਾਸਤੇ ਤੁਸੀਂ ਬਹੁਤੀਆਂ ਗੱਲਾਂ ਕਹਿ ਗਏ, ਜਾਂ ਫਿਰ ਤੁਹਾਡੇ ਹਿਸਾਬ ਕਿਤਾਬ ਵਿੱਚ ਨਹੀਂ ਆਈ ਤੁਹਾਡੀ ਇਹ ਪੱਤਰੀ। ਤੁਸੀਂ ਤਾਂ ਕਹਿੰਦੇ ਸੀ ਵੀ ਤੇਰੇ ਘਰ ਤੇ ਛਤਰ ਝੁੱਲੂਗਾ, ਇਹ ਹੋਵੇਗਾ ਉਹ ਹੋਵੇਗਾ, ਪਰ ਕੰਮ ਉਲਟਾ ਸ਼ੁਰੂ ਹੋ ਗਿਆ ਕਿ ਇਹਨੇ ਤਾਂ ਹੁਣੇ ਹੀ ਮੇਰੇ ਘਰੋਂ ਸਮਾਨ ਚੁੱਕ ਚੁੱਕ ਕੇ ਬਾਹਰ ਲਿਜਾ ਕੇ ਸੁੱਟਣਾ ਕਰ ਦਿੱਤਾ। ਚੰਗਾ ਛਤਰ ਫਰਾਇਆ ਤੁਸੀਂ। ਪੰਡਤ ਜੀ ਨੇ ਸਾਰੇ ਉਲਾਮੇ ਸੁਣੇ ਤੇ ਫਿਰ ਕਹਿਣ ਲੱਗੇ, ਕਾਲੂ ਇੱਕ ਲੱਛਣ ਮੈਂ ਉਦੋਂ ਵੇਖਿਆ ਸੀ, ਪਰ ਤੁਹਾਡੇ ਘਰ ਵਿੱਚ ਇੰਨੀ ਖੁਸ਼ੀ ਬਣੀ ਹੋਈ ਸੀ ਜਿਹਦੇ ਕਰਕੇ ਮੈਂ ਗੱਲ ਕੀਤੀ ਨਹੀਂ, ਹੁਣ ਉਹ ਪ੍ਰਗਟ ਹੋ ਗਿਆ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਸੱਚ ਹੈ ਵੀ ਇਹ ਅਵਤਾਰੀ ਪੁਰਸ਼ ਹੈ, ਦੁਨੀਆ ਵਰੋਂ ਸਾਈ ਜਾਣੀ ਹੈ ਇਹਦੇ ਕੋਲ, ਪਰ ਸੰਬੰਧੀ ਕੋਈ ਕਹਿ ਵੀ ਜਿਹੜਾ ਭਾਵਨਾ ਰੱਖ ਕੇ ਤਰ ਜਾਵੇ, ਨਹੀਂ ਤਾਂ ਕਿਸੇ ਦੀ ਭਾਵਨਾ ਬਣਨੀ ਨਹੀਂ। ਮੈਂ ਕੋਈ ਝੂਠ ਨਹੀਂ ਕਿਹਾ, ਮੈਂ ਤੇ ਸੱਚ ਹੀ ਕਿਹਾ। ਬਾਕੀ ਜੇ ਤੁਸੀਂ ਸੱਚ ਮੰਨਦੇ ਹੋ, ਭਾਵਨਾ ਬਣਾਓ, ਪੁੱਤਰ ਵਾਲੇ ਮੋਹ ਤੋਂ ਪਰੇ ਜਾ ਕੇ ਵੇਖੋ ਤੇ ਤੁਸੀਂ ਵੀ ਮੇਰੇ ਵਾਂਗੂ ਕਹੋਗੇ। ਬਾਕੀ ਜਿਹੜੀ ਤੁਸੀਂ ਮਾਇਆ ਦੀ ਗੱਲ ਕਰਦੇ ਹੋ, ਮਾਇਆ ਤਾਂ ਇਹ ਆਉਣ ਜਾਣ ਵਾਲੀ ਹੈ, ਖੜ੍ਹਦੀ ਤੇ ਕਿਤੇ ਵੀ ਨਹੀਂ ਹੁੰਦੀ। ਬੜੀ ਭਾਵਨਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਬਣੀ। ਪਿਤਾ ਜੀ ਵਾਪਸ ਘਰੇ ਆ ਜਾਂਦੇ, ਕਹਿੰਦੇ ਵੀ ਤੁਹਾਡੀਆਂ ਗੱਲਾਂ ਤੁਸੀਂ ਜਾਣੋ, ਮੇਰੀ ਤਾਂ ਸਮਝ ਵਿੱਚ ਕੋਈ ਆਉਂਦੀ ਨਹੀਂ ਹੈ। ਆਪਣੇ ਘਰੇ ਹਾਰੇ ਲੱਗ ਜਾਂਦੇ ਨੇ ਪਿਤਾ ਜੀ ਆ ਕੇ। ਮਾਤਾ ਜੀ ਨੂੰ ਆ ਕੇ ਸਾਰੀ ਗੱਲ ਦੱਸਦੀ ਵੀ ਮੈਂ ਔਖਾ ਭਾਰਾ ਹੋ ਕੇ ਆਇਆ ਪ੍ਰੋਹਤ ਦੇ ਨਾਲ, ਜਿਹੜਾ ਜਨਮ ਵੇਲੇ ਇਹਦੇ ਸਿਫਤਾਂ ਦੇ ਪੁਲ ਬੰਨ੍ਹਦਾ ਸੀ। ਇਸ ਤੋਂ ਅੱਗੇ ਕਥਾ ਦੀ ਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੈ ਪਿਆਏ ਪੁਨ ਮਾਤਲੇ, ਸੂਤੀ ਸੁਠ ਪਰਅੰਕ। ਵਾਹਵਾ ਦੇਰ ਬਾਅਦ ਸਤਿਗੁਰੂ ਜੀ ਬੱਚਿਆਂ ਨਾਲ ਖੇਡ ਕੇ ਵਾਪਸ ਆਉਂਦੇ ਨੇ ਹਨੇਰੇ ਹੋਏ। ਮਾਤਾ ਜੀ ਪ੍ਰਸ਼ਾਦਾ ਛਕਾਉਂਦੇ ਨੇ, ਦੁੱਧ ਪਿਆਉਂਦੇ ਨੇ, ਫਿਰ ਆਪਣੇ ਨਾਲ ਲੈ ਕੇ ਸੁੰਦਰ ਪਲੰਗ ਤੇ ਪੈ ਜਾਂਦੇ ਨੇ, ਆਪਣੇ ਪੁੱਤਰ ਨੂੰ ਨਾਲ ਲੈ ਕੇ। ਪਲਕ ਜੁਟੀ ਸੁੰਦਰ ਬਦਨ, ਸਦਨ ਹਿਲਾਦ ਮਯੰਕ। ਪਲਕ ਜੁਟੀ ਸੁੰਦਰ ਬਦਨ, ਸਹਿਜੇ ਸਹਿਜੇ
ਅੱਖਾਂ ਜਿਹੜੀਆਂ ਨੇ ਪਲਕਾਂ ਜੁੜ ਜਾਂਦੀਆਂ ਨੀਂਦ ਆਉਣ ਦੇ ਕਾਰਨ, ਤੇ ਸੁੰਦਰ ਮੁਖੜਾ ਸਤਿਗੁਰਾਂ ਜੀ ਦਾ ਸਦਨ ਅਹਿਲਾਦ ਮਯੰਕ। ਸਦਨ ਹਿਲਾਦ, ਸਦਨ ਨਾਮ ਘਰ ਦਾ, ਅਹਿਲਾਦ ਨਾਮ ਹੁੰਦਾ ਖੁਸ਼ੀ ਦਾ, ਆਨੰਦ ਦਾ। ਹੁਣ ਇੱਥੇ ਐੜਾ ਜਿਹੜਾ ਉਹ ਸਾਈਲੈਂਟ ਹੈ। ਜਦੋਂ ਆਪਾਂ ਅਰਥ ਕਰਾਂਗੇ ਤਾਂ ਨੰਨੇ ਦੇ ਵਿੱਚੋਂ ਐੜਾ ਲੈ ਲਾਂਗੇ, ਨੰਨੇ ਵਿੱਚੋਂ ਐੜਾ ਲੈ ਕੇ ਉਹਨੂੰ ਬਣਾ ਦਾਂਗੇ ਅਹਿਲਾਦ, ਤੇ ਅਰਥ ਜਿਹੜਾ ਉਹ ਸਪਸ਼ਟ ਹੋਏਗਾ। ਆਨੰਦ ਦਾ ਘਰ ਸਤਿਗੁਰੂ ਜੀ। ਮਯੰਕ ਕਹਿੰਦੇ ਹਨ ਚੰਦਰਮਾ ਦੀ ਨਿਆਏ। ਚੌਪਈ ਸਵਾ ਜਾਮ ਜਬ ਰਹੀ ਤਿਰਜਾਮਾ। ਜਦੋਂ ਸਵਾ ਕੁ ਪਹਿਰ ਰਾਤ ਬਾਕੀ ਰਹਿੰਦੀ ਹੈ, ਉਹ ਸਮੇਂ ਦੀ ਗੱਲ ਹੈ। ਜਨਨੀ ਸੁਪਨਾ ਬਿਖ ਅਬਿਰਾਮਾ। ਤਾਂ ਮਾਤਾ ਨੂੰ ਇੱਕ ਸੁਪਨਾ ਹੁੰਦਾ ਹੈ, ਬੜਾ ਸੁੰਦਰ, ਬੜਾ ਸੁਖਦਾਈ। ਸੁਪਨੇ ਦਾ ਸਮਾਂ ਸੌਣ ਲੱਗਿਆ ਹੁੰਦਾ ਜਾਂ ਫਿਰ ਜਾਗਣ ਲੱਗਿਆ ਹੁੰਦਾ ਹੈ। ਜਦੋਂ ਤੱਕ ਪੂਰਨ ਤੌਰ ਤੇ ਸਾਡਾ ਜਿਹੜਾ ਮਾਈਂਡ ਹੈ ਉਹ ਆਰਾਮ ਅਵਸਥਾ ਵਿੱਚ ਨਹੀਂ ਜਾਂਦਾ, ਉਦੋਂ ਸੁਪਨੇ ਆਉਂਦੇ। ਤੇ ਜਦੋਂ ਅਸੀਂ ਪੂਰਨ ਤੌਰ ਤੇ ਆਰਾਮ ਕਰ ਲੈਂਦੇ ਹਾਂ, ਫਿਰ ਉਹ ਜਾਗਣ ਤੋਂ ਪਹਿਲਾਂ ਫਿਰ ਉਹਦੇ 'ਚ ਸੁਪਨੇ ਆਉਂਦੇ। ਇਹ ਅਚੇਤ ਅਵਸਥਾ ਹੋਇਆ ਕਰਦੀ ਹੈ। ਗੂੜੀ ਨੀਂਦ ਦੇ ਵਿੱਚ ਕਦੇ ਵੀ ਕਿਸੇ ਨੂੰ ਕੋਈ ਸੁਪਨਾ ਨਹੀਂ ਆਉਂਦਾ। ਇਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਆਪਣੇ ਕੰਪਿਊਟਰ ਨੂੰ ਬੰਦ ਕਰਦੇ ਹਾਂ, ਸ਼ਟ ਡਾਊਨ ਕਰਦੇ ਹਾਂ, ਫਿਰ ਰੀਸਟਾਰਟ ਕਰਦੇ ਹਾਂ। ਹੁਣ ਉਹਦੇ ਪੂਰੇ ਤਰ੍ਹਾਂ ਜਦੋਂ ਤੱਕ ਫਾਈਲਾਂ ਕੰਮ ਨਹੀਂ ਕਰਦੀਆਂ, ਸਿਸਟਮ ਪੂਰੇ ਤਰ੍ਹਾਂ ਕੰਮ ਨਹੀਂ ਕਰਦਾ। ਜਦੋਂ ਸਾਰੀਆਂ ਫਾਈਲਾਂ, ਸਾਰਾ ਸਿਸਟਮ ਫਿਰ ਪੂਰਨ ਤੌਰ ਤੇ ਟਿਕਾ ਦੇ ਵਿੱਚ ਆ ਜਾਂਦਾ ਹੈ। ਇਸ ਤਰ੍ਹਾਂ ਹੀ ਸਾਡੇ ਦਿਮਾਗ ਦਾ ਇਹ ਕੰਮ ਹੈ। ਜਦੋਂ ਸ਼ਟ ਡਾਊਨ ਹੁੰਦਾ, ਪੂਰਨ ਤੌਰ ਤੇ ਨਹੀਂ ਹੁੰਦਾ, ਤਾਂ ਕੁਝ ਸੁਪਨੇ ਹੁੰਦੇ। ਜਿਹੜੀਆਂ ਗੱਲਾਂ ਦਾ ਮਾਇੰਡ ਤੇ ਅਸਰ ਹੈ, ਬਹੁਤ ਗਹਿਰਾ ਅਸਰ ਹੈ, ਉਹਦਾ ਸੁਪਨਾ ਹੁੰਦਾ ਹੈ। ਕੋਈ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਪਰ ਕਰ ਨਹੀਂ ਪਾਏ, ਤੇ ਸੌਂਦਿਆਂ ਸੌਂਦਿਆਂ ਸਾਡਾ ਧਿਆਨ ਹੈ ਉਹ ਕੰਮ ਦੇ ਵਿੱਚ ਵੀ, ਇਹ ਕੰਮ ਅੱਜ ਹੋਇਆ ਨਹੀਂ, ਹੋ ਜਾਣਾ ਤੇ ਚੰਗਾ ਸੀ। ਫਿਰ ਉਹ ਸੁਪਨੇ 'ਚ ਦਿਮਾਗ ਕੰਮ ਕਰਦਾ ਰਹੇਗਾ। ਇਹ ਸਮਾਂ ਸੌਣ ਲੱਗਿਆ ਜਾਂ ਫਿਰ ਜਾਗਣ ਤੋਂ ਪਹਿਲਾਂ, ਜਦੋਂ ਸਾਡੀ ਨੀਂਦ 5 ਘੰਟੇ 6 ਘੰਟੇ ਪੂਰੀ ਹੋ ਜਾਂਦੀ ਹੈ ਨਾ, ਤੇ ਆਪਾਂ ਉੱਠਦੇ ਨਹੀਂ, ਅੱਧ ਸੁੱਤੇ ਜੋ ਹੁੰਦੇ ਆ, ਉਹਦੇ 'ਚ ਸੁਪਨੇ ਆਉਂਦੇ। ਸੁਪਨ ਅਵਸਥਾ ਇਹਨੂੰ ਕਿਹਾ। ਸਵਾ ਕੁ ਪਹਿਰ ਰਾਤ ਰਹਿੰਦੀ ਹੈ, ਨੀਂਦ ਪੂਰੀ ਹੋ ਗਈ, ਤੇ ਮਾਤਾ ਜੀ ਇੱਕ ਬੜਾ ਸੁੰਦਰ ਸੁਪਨਾ ਵੇਖਦੇ ਐ। ਸੁੰਦਰ ਦੁੱਤ ਬ੍ਰਿੰਦਾਰਕ ਬ੍ਰਿੰਦਾ। ਕੀ ਵੇਖਦੇ ਹਨ? ਵੀ ਐਸੀਆਂ ਰੂਹਾਂ ਜਿਹੜੀਆਂ ਕਦੇ ਮਾਤ ਲੋਕ ਦੇ ਵਿੱਚ ਦੇਖਿਆ ਹੀ ਨਹੀਂ, ਤੇ ਫਿਰ ਉਹਨਾਂ ਦੀ ਤੁਲਨਾ ਜਿਹੜੀ ਹੈ ਉਹ ਫਿਰ ਇਸਲਾਮ ਵਾਲੇ ਫਰਿਸ਼ਤਿਆਂ ਦੇ ਨਾਲ ਕਰ ਦਿੰਦੇ ਆ, ਸਾਡੇ ਹਿੰਦੁਸਤਾਨ ਦੇ ਵਿੱਚ ਦੇਵਤਿਆਂ ਦੇ ਨਾਲ ਕਰ ਦਿੰਦੇ ਆ, ਸਿੱਖ ਮੱਤ ਦੇ ਵਿੱਚ ਸ਼ਹੀਦਾਂ ਦੇ ਨਾਲ ਕਹਿ ਦਿੰਦੇ ਆ। ਇਹ ਪਾਵਨ ਰੂਹਾਂ ਨੇ। ਮਾਤਾ ਜੀ ਐਸੀਆਂ ਰੂਹਾਂ ਦੇਖਦੇ ਹੈ, ਬੜੀਆਂ ਸੁੰਦਰ, ਬੜੀਆਂ ਪਵਿੱਤਰ। ਮਿਲ ਕਰ ਆਏ ਕਰਤ ਆਨੰਦਾ। ਕੀ ਦੇਖਦੇ? ਸੁਪਨੇ ਦੇ ਵਿੱਚ ਐਸੀਆਂ ਰੂਹਾਂ ਸਾਰੇ ਜਣੇ ਇਕੱਠੇ ਹੋ ਕੇ ਆਉਂਦੇ ਹਨ, ਬੜੇ ਆਨੰਦ ਦੇ ਵਿੱਚ। ਮੰਜਲ ਕੁਸਮਾਂਜਲ ਮਲਿਆਗਰ। ਫਿਰ ਉਹਨਾਂ ਨੇ ਹੱਥਾਂ ਦੇ ਵਿੱਚ ਫੁੱਲ ਲਏ ਹੋਏ ਨੇ, ਬੜੇ ਸੋਹਣੇ, ਇਸ ਲੋਕ ਦੇ ਨਹੀਂ, ਕਲਪ ਬਿਰਛ ਦੇ ਜਿਹੜੇ ਫੁੱਲ ਨੇ, ਮਲਿਆਗਰ ਚੰਦਨ ਆਦਿਕ ਲਿਆ ਹੋਇਆ ਹੈ। ਕਰ
ਕਰ ਕਪੂਰ ਬਰ ਗੰਧ ਉਜਾਗਰ। ਕਪੂਰ ਹੈ ਜਿਨ੍ਹਾਂ ਦੀ ਸੁਗੰਧੀ ਪ੍ਰਗਟ ਹੁੰਦੀ ਹੈ। ਦੇਖਾ ਏਕ ਸਿੰਘਾਸਨ ਸੁੰਦਰ। ਫਿਰ ਮਾਤਾ ਜੀ ਵੇਖਦੇ ਹਨ ਇੱਕ ਬੜਾ ਸੁੰਦਰ ਸਿੰਘਾਸਨ ਹੈ। ਸੂਚੇ ਮਾਣਕ ਗਚ ਰੁਚ ਰੰਦਰ। ਤੇ ਜਿਹਦੇ ਵਿੱਚ ਸੁੱਚੇ ਮੋਤੀ ਜਿਹੜੇ ਹਨ ਉਹ ਉਹਦੇ ਚ ਗੱਚ ਕੀਤੇ ਹੋਏ ਨੇ, ਉਹਦੇ ਵਿੱਚ ਜੜੇ ਹੋਏ ਹਨ। ਤਾ ਪਰ ਹੀਰਾ ਨਿਜ ਸੁਤ ਬੈਸਾ। ਤੇ ਉਸ ਸੁੰਦਰ ਤਖਤ ਦੇ ਉੱਤੇ ਸੋਨੇ ਦੇ ਬਣੇ ਹੋਏ ਪਲੰਘ ਤੇ ਮਾਤਾ ਜੀ ਵੇਖਦੇ ਨੇ ਵੀ ਮੇਰਾ ਪੁੱਤਰ ਬੈਠਿਆ ਹੈ। ਹੁਣ ਪੁੱਤਰ ਦੇ ਨਾਲ ਪਿਆ ਹੈ ਸੁਪਨੇ ਦੇ ਵਿੱਚ। ਮਾਤਾ ਸੁਪਨਾ ਵੇਖਦੀ ਹੈ, ਪੁੱਤਰ ਦੇ ਨਾਲ ਹੈ, ਪਰ ਪੁੱਤਰ ਦਾ ਦੂਸਰਾ ਰੂਪ ਉਹ ਵੇਖਦੀ ਹੈ ਵੀ ਪਲੰਘ ਦੇ ਉੱਤੇ, ਉਸ ਪਲੰਘ ਦੇ ਉੱਤੇ ਬੈਠੇ ਹਨ। ਸ਼ੋਭਾ ਕੋਟ ਕਾਮ ਨਹਿ ਤੈਸਾ। ਕਵੀ ਜਨ ਜਦੋਂ ਵੀ ਸੁੰਦਰਤਾ ਦੀ ਗੱਲ ਕਰਦੇ ਆ ਤਾਂ ਉੱਥੇ ਉਹ ਕਾਮ ਦੇਵਤੇ ਨੂੰ ਲੈ ਕੇ ਆਉਂਦੇ। ਕਾਮ ਦੇਵਤਾ ਜਿਹਨੂੰ ਸਤਿਗੁਰੂ ਜੀ ਆਪਣੀ ਬਾਣੀ ਅੰਦਰ ਕਹਿੰਦੇ ਵੀ ਛੇਵੈਂ ਕਾਮ ਨਾ ਪੁੱਛੈ ਜਾਤ। ਜਦੋਂ ਛੇਵੀਂ ਅਵਸਥਾ ਵਿੱਚ ਸਾਡਾ ਸਰੀਰ ਜਾਂਦਾ ਹੈ ਨਾ, ਫਿਰ ਇਹ ਕਾਮ ਦਾ ਭੂਤ ਜਿਹੜਾ ਹੈ ਉਹ ਦਿਮਾਗ ਦੇ ਵਿੱਚ ਸਵਾਰ ਹੋ ਜਾਂਦਾ ਹੈ। ਫਿਰ ਉਹ ਨਹੀਂ ਦੇਖਦਾ ਵੀ ਮੇਰਾ ਕੌਣ ਕੀ ਲੱਗਦਾ ਹੈ। ਸਰ ਅਪਸਰ ਕੀ ਸਾਰ ਨਾ ਜਾਣੈ, ਭੂਲਾ ਫਿਰੈ ਜਾਏ। ਉਹਨੂੰ ਚੰਗੇ ਮਾੜੇ ਦਾ ਆਪਣੇ ਬਗਾਨੇ ਦਾ ਪਤਾ ਨਹੀਂ ਹੁੰਦਾ। ਫਿਰ ਸਤਿਗੁਰੂ ਜੀ ਅਗਲੀ ਉਦਾਹਰਣ ਦਿੰਦੇ ਹਨ ਵੀ ਰੂਪੈ ਕਾਮੈ ਦੋਸਤੀ, ਭੁੱਖੈ ਸਾਧੈ ਗੰਢ। ਰੂਪ ਤੇ ਕਾਮ ਦੀ ਦੋਸਤੀ ਹੈ। ਜਦੋਂ ਸਾਹਮਣੇ ਰੂਪ ਆ ਗਿਆ ਤੇ ਕਾਮ ਨਾਲ ਹੀ ਆ ਜਾਂਦਾ ਹੈ। ਜਦ ਭੁੱਖ ਲੱਗੀ ਹੋਵੇ ਤੇ ਰੋਟੀ ਬੜੀ ਸਵਾਦ ਲੱਗਦੀ। ਹੁਣ ਇਹ ਸਾਰਿਆਂ ਦੀ ਮੱਤ ਮਾਰ ਕੇ ਰੱਖ ਦਿੰਦਾ ਹੈ। ਜਿਵੇਂ ਕਿਸੇ ਦੀ ਸੁੰਦਰਤਾ ਦੇ ਵਿੱਚ ਕੋਈ ਲੁਭਾਇਮਾਨ ਹੋ ਜਾਂਦਾ ਹੈ, ਸਾਰਾ ਕੁਝ ਭੁੱਲ ਜਾਂਦਾ ਹੈ, ਉਹ ਮਰਿਆਦਾ ਨੂੰ ਵੀ ਭੁੱਲ ਜਾਂਦਾ ਹੈ, ਸਮੇਂ ਨੂੰ ਵੀ ਭੁੱਲ ਜਾਂਦਾ ਹੈ। ਉਹਦੇ ਵਿੱਚ ਹੀ ਜਿਵੇਂ ਭੌਰਾ ਕਮਲ ਦੇ ਫੁੱਲ ਵਿੱਚ ਲੁਭਾਇਮਾਨ ਹੁੰਦਾ, ਐ ਫਸ ਜਾਂਦਾ ਹੈ। ਇਸ ਲਈ ਕਾਮ ਨੂੰ ਕਿਹਾ ਵੀ ਸੁੰਦਰ ਦੇਵਤਾ ਵੀ ਜਿਹੜਾ ਹਰੇਕ ਦੀ ਮੱਤ ਮਾਰ ਜਾਂਦਾ। ਵੱਡੇ ਵੱਡੇ ਰਿਸ਼ੀ ਮੁਨੀਆਂ ਦੀ ਨੇ ਮੱਤ ਮਾਰ ਕੇ ਰੱਖ ਦਿੱਤੀ। ਉਹ ਆਪਣੇ ਆਪ ਨੂੰ ਕਾਬੂ 'ਚ ਰੱਖ ਹੀ ਨਹੀਂ ਸਕੇ ਜਦੋਂ ਕਾਮ ਉਹਨਾਂ ਦੇ ਸਾਹਮਣੇ ਆ ਗਿਆ। ਪਰ ਜਦੋਂ ਇੱਥੇ ਸਤਿਗੁਰਾਂ ਜੀ ਦੇ ਜ਼ਿਕਰ ਕੀਤੀ ਜਾਂਦੀ ਸੁੰਦਰਤਾ ਦੀ, ਤਾਂ ਇੱਥੇ ਕਹਿੰਦੇ ਵੀ ਸਤਿਗੁਰਾਂ ਜੀ ਦੀ ਸੁੰਦਰਤਾ ਨੂੰ ਵੇਖ ਕੇ ਦੇਖਣ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਲੱਜਾ ਸ਼ਰਮ ਦੇ ਨਾਲ ਝੁਕ ਜਾਂਦੀ ਹੈ। ਥੱਲੇ ਨੂੰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਜੀ ਦੀ ਸੁੰਦਰਤਾ ਨੂੰ ਵੇਖ ਕੇ ਅੱਖਾਂ ਥੱਲੇ ਝੁਕ ਜਾਂਦੀਆਂ। ਸੋ ਕਹਿੰਦੇ ਵੀ ਐਸੀ ਸ਼ੋਭਾ ਕੋਟ ਕਾਮ ਨਹਿ ਤੈਸਾ। ਕਰੋੜਾਂ ਕਾਮਾਂ ਦੀ ਸੁੰਦਰਤਾ ਇੱਕ ਪਾਸੇ ਇਕੱਠੀ ਕਰ ਦਿਓ ਤਾਂ ਵੀ ਉਹ ਸੁੰਦਰਤਾ ਨਹੀਂ ਬਣ ਸਕਦੀ। ਨਿਰਜੁਰ ਜਜਹਿ ਅੰਜੁਲੀ ਜੋਰੀ। ਉਹ ਹੱਥ ਜੋੜ ਕੇ ਸਤਿਗੁਰਾਂ ਜੀ ਦੇ ਅੱਗੇ ਖੜੇ ਹਨ। ਭਨਤ ਬਿਨੈ ਮਨ ਪ੍ਰੀਤ ਨਾ ਥੋਰੀ। ਤੇ ਉਹ ਸਾਰੇ ਸਤਿਗੁਰਾਂ ਜੀ ਦੇ ਅੱਗੇ ਬੇਨਤੀਆਂ ਕਰਦੇ ਨੇ ਬੜੇ ਪ੍ਰੇਮ ਦੇ ਨਾਲ। ਬੇਨਤੀ ਹੁੰਦੀ ਉਹ ਪ੍ਰੇਮ ਦੇ ਵਿੱਚ ਹੈ। ਅਰਦਾਸ ਜਿਹੜੀ ਨਾ ਪ੍ਰੇਮ 'ਚ ਹੁੰਦੀ। ਅਰਦਾਸ ਦੇ ਕੋਈ ਸ਼ਬਦ ਨਹੀਂ ਹੋਇਆ ਕਰਦੇ, ਸ਼ਬਦ ਨਹੀਂ ਹੁੰਦੇ ਅਰਦਾਸ ਦੇ, ਕਿਉਂਕਿ ਅਰਦਾਸ ਗਹਿਰੇ ਹਿਰਦੇ ਦੀ ਆਵਾਜ਼ ਹੈ। ਉਹਦੇ ਬਸ ਮਾਲਕ ਹੀ ਜਾਣਦਾ ਹੈ। ਕਿਉਂਕਿ ਜੇ ਸ਼ਬਦਾਂ ਦੇ ਅਧੀਨ ਹੋਵੇ ਅਰਦਾਸ, ਸ਼ਬਦਾਂ ਦੀ ਮੁਹਤਾਜ ਹੋਵੇ ਅਰਦਾਸ, ਤਾਂ ਸਾਡੇ ਭਾਰਤੀ ਗ੍ਰੰਥਾਂ ਦੇ ਵਿੱਚ ਹਾਥੀ ਦਾ ਵੀ ਜ਼ਿਕਰ ਹੈ। ਇੱਕ ਹਾਥੀ ਜਿਹੜਾ ਹੈ ਉਹ ਅਰਦਾਸ ਕਰਦਾ ਹੈ। ਪੁਰਾਣਕ ਸਾਖੀਆਂ ਨੇ ਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਰਚਨਾ 'ਚ ਕਿਹਾ, ਆਪਣੀ ਬਾਣੀ 'ਚ ਕਿਹਾ ਕਿ ਬਾਲ ਛੁਟ ਕਿਓ ਬੰਧਨ ਪਰੇ, ਕਛੁ ਨ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਏ। ਗਜ ਇੱਕ ਹਾਥੀ ਅਰਦਾਸ ਕਰਦਾ। ਹੁਣ ਹਾਥੀ ਦੇ ਕੋਲ ਤਾਂ ਸ਼ਬਦ ਨਹੀਂ ਹਨ,
ਹਾਥੀ ਦੇ ਕੋਲ ਸ਼ਬਦ ਨਹੀਂ ਹਨ। ਹਾਥੀ ਕੋਲ ਹਾਥੀ ਬੋਲਿਆ ਥੋੜੀ ਕੋਈ। ਐਂਡ ਦੇ ਉੱਤੇ ਜਦੋਂ ਬੇਵਸ ਹੋ ਗਿਆ ਤਾਂ ਉਹਦੇ ਅੰਦਰ ਦੀ ਆਵਾਜ਼ ਹੈ ਜੋ ਮਾਲਕ ਨੇ ਸੁਣ ਲਈ। ਤੇ ਸਤਿਗੁਰਾਂ ਜੀ ਨੇ ਸਹਿਸਕ੍ਰਿਤੀ ਸ਼ਲੋਕਾਂ 'ਚ ਇੱਕ ਹਿਰਣੀ ਦਾ ਵੀ ਜ਼ਿਕਰ ਕੀਤਾ ਹੈ। ਹੁਣ ਹਿਰਣੀ ਦੇ ਕੋਲ ਵੀ ਸ਼ਬਦ ਨਹੀਂ ਹਨ, ਸੁੱਤੀ ਪਈ ਹੈ। ਜੋ ਜਾਗਦੀ ਹੈ ਕੀ ਵੇਖਦੀ ਹੈ? ਇੱਕ ਪਾਸੇ ਜਾਲ ਲੱਗਿਆ ਹੋਇਆ ਹੈ, ਇੱਕ ਪਾਸੇ ਕੁੱਤਾ ਬੈਠਿਆ ਹੈ, ਤੇ ਇੱਕ ਪਾਸੇ ਸ਼ਿਕਾਰੀ ਜਿਹੜਾ ਹੈ ਉਹ ਆਪਣਾ ਤੀਰ ਸਿੰਨ ਕੇ ਬੈਠਿਆ। ਇੱਕ ਪਾਸੇ ਪਾਣੀ ਹੈ, ਹੁਣ ਕਿੱਧਰ ਜਾਵੇ? ਚਾਰੇ ਰਸਤੇ ਜਿਹੜੇ ਨੇ ਉਹ ਬੰਦ ਨੇ। ਹੁਣ ਜਦੋਂ ਸਾਰੇ ਰਸਤੇ ਬੰਦ ਨੇ ਤਾਂ ਸਮਝੋ ਉਹਦੇ ਅੰਦਰੋਂ ਇੱਕ ਅਰਦਾਸ ਨਿਕਲੀ। ਅਰਦਾਸ ਨਿਕਲੀ, ਸ਼ਿਕਾਰੀ ਦੇ ਪੈਰ ਤੇ ਸੱਪ ਨੇ ਡੰਗ ਮਾਰਿਆ ਤੇ ਨਿਸ਼ਾਨਾ ਉੱਕ ਗਿਆ ਤੇ ਉਹ ਜਾ ਕੇ ਕੁੱਤੇ ਦੇ ਲੱਗਦਾ ਹੈ। ਤੇ ਸੁਭਾਵਿਕ ਜੰਗਲ ਨੂੰ ਅੱਗ ਲੱਗਦੀ ਤੇ ਜਾਲ ਸੜ ਜਾਂਦਾ। ਰਸਤੇ ਸਾਰੇ ਸਾਫ਼ ਹੋ ਗਏ। ਹੁਣ ਉਹਨੇ ਕੋਈ ਅਰਦਾਸ ਕੀਤੀ ਤਾਂ ਨਹੀਂ, ਪਰ ਉਹ ਘਿਰ ਗਏ ਸੀ ਵੀ ਉਹਦੇ ਬਚਣ ਦਾ ਕੋਈ ਵੀ ਹੱਲ ਨਹੀਂ ਸੀ, ਬਚ ਨਹੀਂ ਸੀ ਸਕਦੀ। ਕਿੱਧਰ ਨੂੰ ਭੱਜ ਕੇ ਜਾਂਦੀ ਉਹ? ਸਾਰੇ ਰਸਤੇ ਸਾਫ਼ ਨੇ। ਅਸਲ ਦੇ ਵਿੱਚ ਅਰਦਾਸ ਉਦੋਂ ਹੀ ਹੁੰਦੀ ਹੈ ਜਦੋਂ ਬੰਦਾ ਸਾਰੇ ਪਾਸੇ ਤੋਂ ਘਿਰ ਜਾਂਦਾ ਹੈ, ਜਦੋਂ ਫਸ ਜਾਂਦਾ ਉਦੋਂ ਅਰਦਾਸ ਹੁੰਦੀ। ਫਿਰ ਉਦੋਂ ਕੋਈ ਸ਼ਬਦ ਥੋੜੀ ਹੁੰਦੇ ਨੇ, ਉਹ ਤੇ ਫਿਰ ਅੰਦਰੋਂ ਅੰਦਰ ਹੀ ਕਹਿੰਦਾ ਹੈ ਵੀ ਮਾਲਕਾ ਕਿਰਪਾ ਕਰ। ਤੇ ਕਿਰਪਾ ਵੀ ਉਦੋਂ ਹੀ ਹੁੰਦੀ ਹੈ। ਜਾ ਕੋ ਮੁਸ਼ਕਿਲ ਅੱਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਤੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ, ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਾਤੀ। ਉਦੋਂ ਹੀ ਫਿਰ ਅਰਦਾਸ ਨਿਕਲਦੀ। ਅਰਦਾਸ ਕੋਈ ਸ਼ਬਦਾਂ ਦੀ ਮੁਹਤਾਜ ਨਹੀਂ ਹੈ। ਬਸ ਫਿਰ ਉਹਨੂੰ ਐਂ ਲੱਗਦਾ ਵੀ ਹੁਣ ਮਾਲਕ ਹੀ ਚੜਾਊਗਾ, ਹੋਰ ਨਹੀਂ ਕੋਈ। ਹੁਣ ਤੇ ਬਈ ਰੱਬ ਹੀ ਹੈ, ਕਿਰਪਾ ਕਰ ਦੋ। ਇਹ ਹੁੰਦੀ ਅਰਦਾਸ। ਦੁੱਖ ਦੇ ਵਿੱਚ ਅਰਦਾਸ ਹੁੰਦੀ, ਪ੍ਰੇਮ ਨਾਲ ਫਿਰ ਕਰਦਾ, ਫਿਰ ਉਹਨੂੰ ਰੱਬ ਬਿਲਕੁਲ ਨੇੜੇ ਆਉਂਦਾ ਵੀ ਹੁਣ ਤਾਂ ਮੇਰੀ ਸੁਣ ਰਿਹਾ ਹੋ। ਸੁੱਖ ਦੇ ਵਿੱਚ ਨਹੀਂ। ਤਾਂ ਪਾਤਸ਼ਾਹ ਜੀ ਨੇ ਕਿਹਾ ਵੀ ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖ ਇਸ ਕਰਕੇ ਕਿਹਾ, ਰੋਗ ਵੀ ਸੁੱਖ ਦੇ ਵਿੱਚ ਉਹ ਗੱਲ ਨਹੀਂ ਹੁੰਦੀ, ਗੱਲ ਨਹੀਂ ਬਣਦੀ ਹੈ ਜਿਹੜੀ ਦੁੱਖ ਦੇ ਵਿੱਚ ਬਣਦੀ ਹੈ, ਵਿਪਤਾ ਦੇ ਵਿੱਚ ਬਣਦੀ ਹੈ। ਤਾਂ ਇਹਨੂੰ ਦੁੱਖ ਨੂੰ ਕਿਹਾ ਹੈ ਵੀ ਇਹ ਤੇਰਾ ਇਲਾਜ ਹੈ, ਦੁੱਖ ਦਾਰੂ ਹੈ। ਕਿਉਂਕਿ ਦੁੱਖ ਦੇ ਵਿੱਚ ਤੂੰ ਮਾਲਕ ਨੂੰ ਨੇੜੇ ਸਮਝਦਾ, ਮਾਲਕ ਦੇ ਅੱਗੇ ਅਰਦਾਸਾਂ ਕਰਦਾ, ਤੇ ਸੁੱਖ ਦੇ ਵਿੱਚ ਕਿਹੜਾ ਮਾਲਕ ਨੂੰ ਪੁੱਛਦਾ ਹੈ? ਸੁੱਖ ਵਿੱਚ ਨਹੀਂ ਕੋਈ ਪੁੱਛਦਾ। ਉਹ ਸਾਰੇ ਜਿਹੜੇ ਨੇ ਉਹ ਬੜੇ ਪ੍ਰੇਮ ਦੇ ਨਾਲ ਹੱਥ ਜੋੜ ਕੇ ਖੜੇ ਹਨ ਸਤਿਗੁਰਾਂ ਜੀ ਦੇ ਅੱਗੇ। ਦੋਹਰਾ ਉਸਤਤ ਉਕਤ ਹੈ ਅਨੇਕ ਬਿਧ, ਜੈ ਜੈ ਬਚਨ ਉਚਾਰ। ਉਹਨਾਂ ਨੇ ਬੜੀਆਂ ਉਕਤੀਆਂ ਜੁਗਤੀਆਂ ਦੇ ਨਾਲ ਜੈ ਜੈਕਾਰ ਸਤਿਗੁਰਾਂ ਜੀ ਦੀ ਕਰਨਾ ਕੀਤੀ। ਬੇਨਤੀ ਕਰਦੇ ਹਨ, ਪਾਵਨ ਪਰਮ ਪੁਰਾਤਨ ਪੁਰਖ ਨਾ ਪਾਰਾਵਾਰ। ਸਤਿਗੁਰੂ ਜੀ ਉਹ ਪਾਵਨ ਪਰਮ ਪੁਰਖ ਹਨ ਜਿਹੜੇ ਪੁਰਾਤਨ, ਜਿਨ੍ਹਾਂ ਦਾ ਆਦ ਕਿਸੇ ਨੂੰ ਪਤਾ ਹੀ ਨਹੀਂ। ਆਪਾਂ ਸ਼ਬਦ ਵਰਤਦੇ ਹਾਂ ਸਨਾਤਨ। ਸਨਾਤਨ ਕਹਿੰਦੇ ਨੇ ਬਈ ਜਿਹਦਾ ਪਤਾ ਹੀ ਨਹੀਂ ਵੀ ਕਦੋਂ ਕੁ ਸ਼ੁਰੂ ਹੋਇਆ। ਉਹ ਪਰਮਾਤਮਾ ਹੀ ਹੈ, ਗੁਰੂ ਹੀ ਹੈ, ਜਿਹਦੇ ਬਾਰੇ ਪਤਾ ਹੀ ਨਹੀਂ, ਜਿਹਦਾ ਕੋਈ ਪਾਰਲਾ ਪਾਸਾ ਪਤਾ ਹੀ ਨਹੀਂ। ਪਰਲਾ ਪਾਸਾ ਕਿਹੜਾ? ਕਿਉਂਕਿ ਹਾਲੇ ਤੱਕ ਆਪਾਂ ਨੂੰ ਉਰਲਾ ਪਾਸਾ ਨਹੀਂ ਪਤਾ ਚੱਲਿਆ। ਉਰਲੇ ਪਾਸੇ ਤੇ ਖੜ ਕੇ ਆਪਾਂ ਪਰਲਾ ਪਾਸਾ ਵੇਖਾਂਗੇ, ਪਰ ਜਦੋਂ ਹੁਣ ਉਰਲੇ ਪਾਸੇ ਖੜਨ ਵਾਸਤੇ ਪਤਾ ਹੀ ਨਹੀਂ, ਥਾਂ ਹੀ ਨਹੀਂ ਮਿਲੀ, ਫਿਰ ਪਰਲੇ ਪਾਸੇ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ? ਉਰਲਾ ਪਾਸਾ ਹੀ ਨਹੀਂ ਹੈਗਾ। ਵਾਹਿਗੁਰੂ ਪਰਮੇਸ਼ਰ ਜੀ ਦਾ ਨਾ ਕੋਈ ਉਰਲਾ ਪਾਸਾ ਤੇ ਨਾ ਕੋਈ ਪਰਲਾ ਪਾਸਾ, ਨਹੀਂ ਕਿਸੇ ਨੂੰ ਪਤਾ।
ਉਸੇ ਪਰਮੇਸ਼ਰ ਦੇ ਰੂਪ ਹਨ ਗੁਰੂ ਨਾਨਕ ਦੇਵ ਜੀ। ਚੌਪਈ ਧਰ ਅਲੰਭ ਕੇ ਦੇਵਨ ਹੇਤੂ, ਇਹ ਧਰਤੀ ਨੂੰ ਆਸਰਾ ਦੇਣ ਦੀ ਖਾਤਰ ਪ੍ਰਗਟੇ ਸ਼੍ਰੀ ਬੇਦੀ ਕੁਲ ਕੇਤੂ, ਤਿੰਨ ਵੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਉਹਨਾਂ ਵੇਦੀਆਂ ਦੀ ਕੁਲ ਦੇ ਵਿੱਚ ਪਰਮਾਤਮਾ ਪ੍ਰਗਟ ਹੋਇਆ, ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣਾਇਆ। ਭਗਤ ਜਗਤ ਮਧ ਬਿਦਤ ਕਰਨ ਕੋ, ਕਾਹਦੇ ਵਾਸਤੇ? ਸੰਸਾਰ ਦੇ ਵਿੱਚ ਭਗਤੀ ਦਾ ਮਾਰਗ ਪ੍ਰਗਟ ਕਰਨ ਦੇ ਲਈ। ਭਗਤੀ ਦਾ ਮਾਰਗ, ਕਿਉਂਕਿ ਭਗਤੀ ਦੇ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ। ਉਹ ਹੁਣ ਭਗਤੀ ਸੰਸਾਰ ਦੇ ਜੀਵਾਂ ਨੇ ਛੱਡਤੀ। ਇਹ ਸਤਿਗੁਰੂ ਜੀ ਕਹਿੰਦੇ ਵੀ ਉਸੇ ਟਿਕਾਣੇ ਤੇ ਆ ਜਾਓ, ਭਗਤੀ ਕਰੋ। ਦੇਖੋ ਪਹਿਲਾਂ ਕਿੰਨੇ ਹੀ ਭਗਤ ਬਣੇ, ਭਗਤੀ ਕਰਕੇ ਬਣੇ ਨੇ ਨਾ। ਜੇ ਸਤਿਯੁਗ ਦੇ ਵਿੱਚ ਭਗਤ ਪ੍ਰਹਿਲਾਦ ਦਾ ਜ਼ਿਕਰ ਹੈ ਤਾਂ ਭਗਤੀ ਕਰਕੇ ਭਗਤ ਖਾਇਆ ਨਾ। ਜੇ ਆਪਾਂ ਧਰੂ ਭਗਤ ਕਹਿੰਦੇ ਆ ਤਾਂ ਭਗਤੀ ਕਰਕੇ ਧਰੂ ਬਣਿਆ ਨਾ। ਹੁਣ ਇਹ ਸਤਿਯੁਗ ਦੀਆਂ ਗੱਲਾਂ ਨੇ, ਤੇ ਪਹਿਲਾਂ ਵੀ ਭਗਤੀ ਹੁੰਦੀ ਸੀ, ਭਗਤੀ ਕਰਕੇ ਭਗਤ ਬਣਦੇ ਸਨ। ਸਤਿਗੁਰੂ ਜੀ ਕਹਿੰਦੇ ਹੁਣ ਵੀ ਭਗਤੀ ਕਰੋ, ਕਿਉਂਕਿ ਵਾਹਿਗੁਰੂ ਪਰਮੇਸ਼ਰ ਜੀ ਦੇ ਜਿਹੜੇ ਨਿਯਮ ਨੇ ਨਾ ਉਹ ਬਦਲਦੇ ਨਹੀਂ, ਪਰਮਾਤਮਾ ਨਹੀਂ ਬਦਲਦਾ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਹਰੇਕ ਯੁਗ ਦੇ ਵਿੱਚ ਇੱਕੋ ਹੀ ਵੇਸ ਵਾਲਾ ਹੈ, ਉਹ ਨਹੀਂ ਬਦਲਦਾ। ਪਰਮਾਤਮਾ ਜਿਹੜਾ ਹੈ ਉਹ ਬਦਲਦਾ ਨਹੀਂ, ਉਹਦੇ ਰੂਲ ਵੀ ਨਹੀਂ ਬਦਲਦੇ, ਨਿਯਮ ਪਰਮਾਤਮਾ ਦਾ ਕੋਈ ਨਹੀਂ ਬਦਲਦਾ। ਆਪਾਂ ਕਹਿੰਦੇ ਵੀ ਸਤਿਯੁਗ ਚ ਬਦਲ ਗਿਆ, ਦੁਆਪਰ ਤ੍ਰੇਤੇ ਕਲਯੁਗ ਵਿੱਚ। ਸਾਹਿਬ ਜੀ ਕਹਿੰਦੇ ਨਹੀਂ, ਉਹ ਨਹੀਂ ਬਦਲਦਾ। ਜੇ ਬਦਲ ਗਿਆ ਤੇ ਪਰਮਾਤਮਾ ਕਾਹਦਾ ਹੋਇਆ? ਪਹਿਲੇ ਵੀ ਭਗਤੀ ਨਾਲ ਮਿਲਦਾ ਸੀ, ਹੁਣ ਵੀ ਭਗਤੀ ਦੇ ਨਾਲ ਹੀ ਮਿਲਣਾ। ਭਗਤੀ ਕੀ ਹੁੰਦੀ ਹੈ? ਭਾਵ ਪਲਸ ਅਕਤ। ਭਾਵ ਨਾਮ ਹੈ ਪ੍ਰੇਮ ਦਾ, ਅਕਤ ਨਾਮ ਹੈ ਮੂਰਤੀ ਦਾ। ਪ੍ਰੇਮ ਦੀ ਮੂਰਤੀ ਬਣ ਜਾਣਾ, ਪ੍ਰੇਮ ਦੀ ਮੂਰਤ ਬਣ ਜਾਣਾ, ਉਹਨੂੰ ਕਹਿੰਦੇ ਨੇ ਭਗਤ। ਭਗਤ ਉਹਦਾ ਨਾਮ ਹੈ। ਇੰਨਾ ਪ੍ਰੇਮ ਕਰਨਾ, ਇੰਨਾ ਪ੍ਰੇਮ ਕਰਨਾ ਕਿ ਉਹ ਪ੍ਰੇਮ ਦੀ ਮੂਰਤ ਬਣ ਗਿਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਸਤਿਗੁਰੂ ਜੀ ਨੇ ਇਹ ਰੂਪ ਬਣਾਇਆ ਪ੍ਰਮਾਤਮਾ ਨੇ ਗੁਰੂ ਨਾਨਕ ਦਾ, ਕਾਹਦੇ ਵਾਸਤੇ? ਭਗਤੀ ਨੂੰ ਪ੍ਰਗਟ ਕਰਨ ਦੇ ਲਈ। ਕਲਮਲ ਦੁਸ਼ਟਨ ਦੰਭ ਦਰਨ ਕੋ, ਕਲਮਲ ਕਹਿੰਦੇ ਨੇ ਪਾਪ ਨੂੰ, ਦੁਸ਼ਟਤਾਈ ਤੇ ਦੰਭ ਜਿਹੜਾ ਪਖੰਡ ਹੋ ਰਿਹਾ। ਆਪਾਂ ਸਾਰੇ ਪਖੰਡ ਦੇ ਪਿੱਛੇ ਜਾਂਦੇ ਹਾਂ, ਅਡੰਬਰ ਦੇ ਪਿੱਛੇ ਜਾਂਦੇ ਹਾਂ। ਪਖੰਡ ਕਿਤੇ ਵੀ ਹੋ ਰਿਹਾ ਨਾ, ਉੱਥੇ ਚਲੇ ਜਾਣਗੇ ਲੋਕ, ਇਕੱਠੇ ਹੋ ਜਾਣਗੇ। ਸੱਚ ਨੂੰ ਨਹੀਂ ਜਾਣਦੇ। ਭਲਿਓ ਸੱਚ ਨੂੰ ਪਛਾਣੋ। ਗੁਰੂ ਨਾਨਕ ਸਾਹਿਬ ਜੀ ਨੇ ਪਖੰਡ ਦਾ ਨਾਸ਼ ਕੀਤਾ ਹੈ। ਧਰਮ ਦੇ ਨਾਂ ਤੇ ਕੋਈ ਵੀ ਏਜੰਟ ਬਣਦਾ, ਕੋਈ ਵੀ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਲੈਂਦਾ, ਇਹ ਸਭ ਪਖੰਡ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਜੀ ਨੇ ਕਿਸੇ ਨੂੰ ਅਧਿਕਾਰ ਦਿੱਤਾ ਹੀ ਨਹੀਂ। ਉਹਨੇ ਆਪਣਾ ਕੋਈ ਵਿਚੋਲਾ ਬਣਾਇਆ ਨਹੀਂ, ਏਜੰਟ ਕੋਈ ਬਣਾਇਆ ਨਹੀਂ ਉਹਨੇ, ਜਿਹੜਾ ਦਾਅਵਾ ਕਰੇ ਇਸ ਗੱਲ ਦਾ। ਆਪਣੀ ਗੱਲ ਪਰਮਾਤਮਾ ਨਾਲ ਕਰਨੀ, ਕਿਉਂਕਿ ਸਾਡੇ ਸਾਰੇ ਅੰਦਰ ਬੈਠੇ ਆ। ਹੁਣ ਜਿਹੜਾ ਵੀ ਗੱਲ ਕਰਦਾ, ਜਿੱਥੇ ਵੀ ਜਾਓ ਉੱਥੇ ਉਹ ਕਹਿੰਦੇ ਨੇ ਵੀ ਪੈਸੇ ਦਿਓ, ਵੀ ਇੰਨੇ ਪੈਸੇ ਦੇ ਦਿਓ ਜੀ ਤੁਹਾਡਾ ਕੰਮ ਹੋ ਜਾਊਗਾ। ਹੁਣ ਦੱਸੋ ਵੀ ਰੱਬ ਪੈਸਿਆਂ ਨਾਲ ਮੰਨਦਾ ਹੈ? ਜੇ ਰੱਬ ਪੈਸੇ ਲੈਂਦਾ ਹੈ ਫਿਰ ਉਹਦਾ ਅਕਾਊਂਟ ਨੰਬਰ ਦਿਖਾਓ, ਕਿੱਥੇ ਹੈ, ਵੀ ਕਿਹੜੇ ਅਕਾਊਂਟ 'ਚ ਪਾਇਆ ਤੁਸੀਂ ਰੱਬ ਦੇ, ਵੀ ਅਸੀਂ ਵੀ ਪਾ ਦਈਏ, ਟ੍ਰਾਂਸਫਰ ਕਰ ਦਈਏ। ਆਪਾਂ ਨਹੀਂ ਪਾ ਸਕਦੇ ਰੱਬ ਵਾਲੇ ਖਾਤੇ 'ਚ ਨਾ। ਜਿੰਨੇ ਪੈਸੇ ਪਾਓ ਜੀ ਤੁਹਾਡਾ ਕੰਮ ਤਾਂ ਹੋਊਗਾ। ਮੇਰੇ ਕੋਲ 2.5 ਲੱਖ ਤੱਕ ਦੇ ਬੰਦੇ ਆ ਚੁੱਕੇ ਨੇ, 2.5 ਲੱਖ ਦੇ। 11 31 52 ਦੀ ਤਾਂ ਗੱਲ ਛੱਡ ਦਿਓ, 2.5 ਲੱਖ ਤੱਕ। ਉਹ ਕਹਿੰਦੇ ਜੀ ਸਾਥੋਂ 2.5 ਲੱਖ ਰੁਪਇਆ ਲੈ ਲਿਆ ਉਹਨਾਂ ਨੇ, ਵੀ ਤੁਹਾਡਾ ਕੰਮ ਹੋ ਜਾਊਗਾ, ਪਰ ਕੰਮ ਹੋਇਆ ਕੋਈ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਨੇ 1.25 ਲੱਖ ਦਿੱਤਾ, 1.25 ਲੱਖ ਰੁਪਇਆ, ਕੰਮ ਉਹਦਾ ਹੋਇਆ ਨਹੀਂ। ਕਹਿੰਦਾ ਜੀ ਮੈਂ ਫਿਰ ਗੱਲ ਕੀਤੀ ਉਹਨਾਂ ਨਾਲ ਵੀ ਮੈਂ ਜਿਵੇਂ ਤੁਸੀਂ ਕਿਹਾ ਸੀ ਵੀ ਮੈਂ ਉਸ ਤਰ੍ਹਾਂ ਕਰ ਲਿਆ, ਪਰ ਕੰਮ ਤਾਂ ਹੋਇਆ ਨਹੀਂ।
ਉਹ ਕਹਿੰਦੇ ਵੀ ਹੁਣ ਦੁਬਾਰੇ ਕਰਾ, ਹੁਣ ਪਰ 1.5 ਲੱਖ ਲੱਗੂਗਾ। ਕਹਿੰਦਾ ਜੀ ਮੈਂ ਤਾਂ ਪਹਿਲਾਂ ਪਤਾ ਨਹੀਂ 1.25 ਲੱਖ ਕਿਵੇਂ ਲਾਇਆ, ਹੁਣ 1.5 ਕਿੱਥੋਂ ਲਾ ਦਾਂ। ਇੰਨਾ ਕੰਮ ਚੱਲ ਰਿਹਾ ਗੁਰਮੁਖੋ, ਇੰਨਾ ਕੰਮ ਚੱਲ ਰਿਹਾ। ਧਰਮ ਦੇ ਨਾਂ ਤੇ ਇੰਨੀ ਲੁੱਟ ਖਸੁੱਟ ਹੋ ਰਹੀ ਹੈ ਨਾ ਵੀ ਛੱਡ ਦਿਓ। ਉਹ ਰੋਂਦੇ ਨੇ ਲੋਕ। ਕਿ ਜੀ ਮਿਲੋ ਤੁਸੀਂ ਉਹਨਾਂ ਨੂੰ ਜਾ ਕੇ, ਜਾਂ ਉਹਨੂੰ ਕਹਿ ਦਿਓ ਵੀ ਸਾਡਾ ਕੰਮ ਨਹੀਂ, ਸਾਡੇ ਪੈਸੇ ਵਾਪਸ ਕਰਦੇ, ਜਾਂ ਕੰਮ ਪਹਿਲਾਂ ਕਰਦੇ ਪੈਸੇ ਬਾਅਦ ਚ ਲੈ ਲਈ। ਵੀ ਐਸੀ ਕਿਹੜੀ ਸਾਈਡ ਹੈ ਜਿਹਤੇ ਜਾ ਕੇ ਆਪਾਂ ਰੱਬ ਦੇ ਅਕਾਊਂਟ 'ਚ ਪੈਸੇ ਪਾਉਂਦੇ ਆ ਤੇ ਰੱਬ ਕੋਲ ਪੈਸੇ ਪਹੁੰਚ ਕੇ ਤੇ ਸਾਡਾ ਕੰਮ ਹੋਊ? ਹੈ ਕੋਈ ਸਿਸਟਮ ਕਿਤੇ? ਹੈ ਕਿਤੇ ਵੀ ਨਹੀਂ ਹੈ। ਜੇ ਫਿਰ ਉਹ ਲੈਂਦਾ ਤੇ ਆਪਾਂ ਕਿਉਂ ਨਹੀਂ ਦੇ ਸਕਦੇ ਰੱਬ ਨੂੰ ਸਿੱਧੇ ਤੌਰ ਤੇ? ਵੀ ਰੱਬ ਸਾਥੋਂ ਨਹੀਂ ਲੈਂਦਾ ਪੈਸੇ, ਉਹਨਾਂ ਨੇ ਅਕਾਊਂਟ ਨੰਬਰ ਦਿੱਤਾ ਹੋਇਆ ਹੈ ਵੀ ਤੁਸੀਂ ਪੈਸੇ ਪਾਓਗੇ ਤਾਂ ਕੰਮ ਹੋਊਗਾ, ਏਜੰਟ ਨੇ। ਇਹ ਗੁਰਮੁਖੋ ਪੂਰਨ ਤੌਰ ਤੇ ਪਖੰਡ ਹੈ, ਸਮਝ ਲਓ ਇਸ ਗੱਲ ਨੂੰ। ਕੋਈ ਪੈਸੇ ਦੇ ਕੇ ਰੱਬ ਤੋਂ ਕੰਮ ਨਹੀਂ ਕਰਾ ਸਕਦਾ, ਕੋਈ ਵੀ ਨਹੀਂ, ਕਿਸੇ ਨੂੰ ਅਧਿਕਾਰ ਨਹੀਂ ਦਿੱਤਾ। ਜਾਂ ਫਿਰ ਕਹਿ ਦਿਓ ਵੀ ਬੈਠੇ ਬੈਠੇ ਕਰਾ ਦੇ ਇੱਥੇ ਹੀ ਤੇ ਪੈਸੇ ਲੈ ਲਈ, ਹੋ ਜਾਊਗਾ ਜੀ, ਕਮਾਲ ਹੋਊਗੀ। ਪਹਿਲਾਂ ਕੰਮ ਕਰਾਓਗੇ ਤੇ ਫਿਰ ਬਾਅਦ ਚ ਲੈ ਲਈ। ਪੈਸੇ ਨਾਲ ਕੰਮ ਨਹੀਂ ਹੁੰਦੇ ਗੁਰਮੁਖੋ, ਰੱਬ ਪੈਸੇ ਨਹੀਂ ਲੈਂਦਾ। ਪਰਮਾਤਮਾ ਨੇ ਕੋਈ ਦਿੱਤਾ ਅਕਾਊਂਟ ਨੰਬਰ ਕਿਸੇ ਨੂੰ ਵੀ ਇਹਦੇ ਚ ਪੈਸੇ ਪਾ ਦੇ ਕੰਮ ਹੋ ਜਾਊਗਾ? ਕਿਹੜਾ ਕੰਮ ਖੜਿਆ ਰੱਬ ਦਾ ਪੈਸਾ ਬਿਨਾਂ? ਪਰ ਜਿਹਦੇ ਕੋਲ ਵੀ ਜਾਓ ਉਹ ਇਹੀ ਕਹੂਗਾ ਵੀ ਇੰਨੇ ਪੈਸੇ ਦਿਓ ਤਾਂ ਕੰਮ ਹੋਊਗਾ। ਕੰਮ ਉਹਨਾਂ ਦਾ ਹੋ ਰਿਹਾ, ਸਾਡਾ ਕੋਈ ਨਹੀਂ ਹੋ ਰਿਹਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਕੰਮ ਹੋ ਰਿਹਾ। ਸਾਡੀ ਸੇਵਾ ਕਰਦੇ ਆ, ਕਈ ਵਾਰੀ ਕੋਈ ਵਸਤਰ ਦੇ ਗਿਆ, ਕੋਈ ਮਾਇਆ ਦੇ ਗਿਆ, ਕਹਿੰਦੇ ਬਾਬਾ ਜੀ ਕੰਮ ਹੋ ਜੂ। ਮਾਂ ਜੀ ਮੇਰਾ ਤਾਂ ਹੋ ਗਿਆ, ਮੇਰਾ ਹੋ ਗਿਆ, ਤੁਹਾਡਾ ਵੀ ਹੋ ਜਾਊਗਾ। ਗੱਜ ਕੇ ਆਖੋ ਸਤਿਨਾਮ ਸ੍ਰੀ। ਮੇਰਾ ਤਾਂ ਹੋ ਗਿਆ, ਆ ਤੁਸੀਂ ਵਸਤਰ ਦੇ ਤੇ ਮਾਇਆ ਦੇਤੀ, ਮੇਰਾ ਤਾਂ ਹੋ ਗਿਆ, ਤੁਹਾਡੇ ਵਾਲਾ ਦੇਖੀ ਜਾਊਗੀ। ਉਹ ਹੱਸਦੇ ਨੇ। ਫਿਰ ਮੈਂ ਕਿਹਾ ਵੀ ਅਰਦਾਸ ਕਰੋ, ਮੈਂ ਵੀ ਅਰਦਾਸ ਕਰਨੀ, ਤੁਸੀਂ ਵੀ ਅਰਦਾਸ ਕਰੋ। ਬਿਨਤਾ ਨੇ, ਤਾਲੇ ਨੇ, ਆਪ ਕਰ ਲਓ। ਹੁਣ ਤੁਸੀਂ ਦੱਸੋ ਵੀ ਜੇ ਸਾਥੋਂ ਗਲਤੀ ਹੋ ਜਾਵੇ ਤੇ ਗਲਤੀ ਤਾਂ ਸਾਨੂੰ ਮੰਗਣੀ ਪੈਂਦੀ ਹੈ ਉੱਥੇ ਜਾ ਕੇ ਵੀ ਮੇਰੇ ਕੋਲ ਗਲਤੀ ਹੋਈ, ਮਾਫ ਕਰ ਦਿਓ। ਕਿ ਜਾਂ ਮੇਰੀ ਥਾਂ ਤੇ ਜਾ ਕੇ ਕੋਈ ਹੋਰ ਗਲਤੀ, ਉਹ ਕਹੂਗਾ ਵੀ ਤੂੰ ਤਾਂ ਗਲਤੀ ਕਰੀ, ਤੈਨੂੰ ਤਾਂ ਅਸੀਂ ਬੁਲਾਇਆ ਨਹੀਂ ਹੈ, ਤੂੰ ਕਾਹਦੇ ਵਾਸਤੇ ਭਾਈ ਮਿਹਨਤ ਕਰਦਾ ਫਿਰਦਾ? ਜਿਹਨੇ ਗਲਤੀ ਕੀਤੀ ਉਹਨੂੰ ਲਿਆਓ ਇੱਥੇ ਪੰਚਾਇਤ ਦੇ ਵਿੱਚ ਲਿਆਓ, ਉਹ ਕਹੇ ਹੱਥ ਜੋੜ ਕੇ ਇੱਥੇ ਵੀ ਹਾਂ ਮੇਥੋਂ ਗਲਤੀ ਹੋਈ, ਫਿਰ ਪੰਚਾਇਤ ਮਾਫ ਕਰ ਦਿੰਦੀ ਹੈ ਵੀ ਕੋਈ ਗੱਲ ਨਹੀਂ। ਹੁਣ ਜਿਹਨੇ ਗਲਤੀ ਕੀਤੀ ਮਾਫੀ ਤਾਂ ਉਹਨੇ ਮੰਗਣੀ ਪਊਗੀ ਨਾ। ਹੁਣ ਇਹ ਹੋ ਹੀ ਨਹੀਂ ਸਕਦਾ ਵੀ ਗਲਤੀ ਕੋਈ ਕਰੇ ਤੇ ਮਾਫੀ ਕੋਈ ਮੰਗੇ ਤੇ ਸਜ਼ਾ ਕਿਸੇ ਨੂੰ ਮਿਲੇ, ਇਹ ਤਾਂ ਨਹੀਂ ਸਿਸਟਮ ਹੈ। ਇਸ ਕਰਕੇ ਜਿਹਨੇ ਗਲਤੀ ਕੀਤੀ ਮਾਫ ਹੋਈ ਉਹਨੂੰ ਮੰਗਣੀ ਪਊਗੀ। ਕੋਈ ਸਾਡੇ ਥਾਂ ਤੇ ਮਾਫੀ ਕਿਉਂ ਮੰਗੇਗਾ ਬਈ? ਇਹ ਜਿਹੜਾ ਪਖੰਡ ਚੱਲ ਰਿਹਾ ਦੁਨੀਆ ਦੇ ਅੰਦਰ, ਇਸ ਨੂੰ ਦਾਰਨ ਦੀ ਖਾਤਰ ਪਰਮਾਤਮਾ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਤੇ ਸਾਰੀਆਂ ਥਾਵਾਂ ਤੇ ਜਾ ਕੇ ਸਤਿਗੁਰਾਂ ਜੀ ਨੇ ਪਖੰਡ ਦਾ ਨਾਸ਼ ਕੀਤਾ। ਸੱਜਣ ਠੱਗ ਦੇ ਕੋਲ ਜਾ ਕੇ ਦੱਸਿਆ ਵੀ ਇਹ ਸੱਜਣ ਕੋਈ ਨਹੀਂ, ਤਾਂ ਠੱਗ ਹੈ। ਜਾ ਕੇ ਕਿਹਾ, ਨਸ਼ਹਿਰੇ ਜਾ ਕੇ ਸਤਿਗੁਰਾਂ ਜੀ ਨੇ ਕਿਹਾ ਸਹੁ ਸੁਹਾਗਣ ਨੂੰ ਵੀ ਇਹ ਧਰਮੀ ਕੋਈ ਨਹੀਂ ਹੈ, ਪਖੰਡੀ ਹੈ ਇਹ। ਧਰਮੀ ਬੰਦਿਆਂ ਨੂੰ ਕੁੰਡੀਆਂ ਲਾ ਕੇ ਬੈਠਣ ਦੀ ਕੋਈ ਲੋੜ ਨਹੀਂ। ਕੁੰਡੀ ਕਾਹਦੇ ਵਾਸਤੇ ਲਾਉਂਦੇ ਲੋਕ? ਕੁੰਡੀ ਲਾਈ ਜਾਂਦੀ ਹੈ ਵੀ ਪਰਦੇ ਦਾ ਕੰਮ, ਜਿੱਥੇ ਪਾਪ ਕਰਨਾ। ਤੇ ਹੁਣ ਦੱਸੋ ਵੀ ਭਗਤੀ ਕਰਨਾ ਕੋਈ ਪਾਪ ਹੈ? ਮੇਰੇ ਵਾਸਤੇ ਕੁੰਡੀਆਂ ਲਾਉਣੀਆਂ ਪੈਂਦੀਆਂ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੁੰਡੀ ਲਾ ਕੇ ਭਗਤੀ ਹੁੰਦੀ ਕੋਈ? ਖਰਾੜੇ ਮਾਰਦੇ ਹੁੰਦੇ ਅੰਦਰ ਪਏ, ਪਤਾ ਨਾ ਲੱਗੇ ਕਿਸੇ ਨੂੰ। ਇਹ ਪਖੰਡ ਹੈ ਗੁਰੂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਪਖੰਡਾਂ ਵਿੱਚ ਉਹਨਾਂ ਟਿਕਾਣਿਆਂ ਤੇ ਜਾ ਕੇ ਦੱਸਿਆ ਵੀ ਇਹਨਾਂ ਕੋਲੋਂ ਬਚੋ ਭਾਈ, ਨਾ ਫਸੋ ਪਖੰਡੀਆਂ ਦੇ ਕੋਲ। ਚੌਪਈ ਕਲਮ ਹੈ ਪਾਵਨ ਪੰਥ ਨਰਨ ਕੋ। ਜੀਵਾਂ ਨੂੰ ਪਵਿੱਤਰ ਰਾਸਤੇ ਤੇ ਪਾਉਣ ਦੇ ਲਈ ਕਲਯੁਗ ਦੇ ਵਿੱਚ ਪ੍ਰਦ ਸਤ ਸੰਗਤ ਜਗਤ ਤਰਨ ਕੋ। ਸਤ ਸੰਗਤ ਦੇ ਵਿੱਚ ਪਾਇਆ ਜੀਵਾਂ ਨੂੰ ਦੱਸਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ।
ਸਾਧ ਸੰਗਤ ਅਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਭਗਤ ਜੀ ਕਹਿੰਦੇ ਕਬੀਰ ਸਾਹਿਬ ਜੇ ਮੈਨੂੰ ਪੁੱਛੋ ਵੀ ਤੂੰ ਇਹ ਮਨ ਨੂੰ ਕਿਵੇਂ ਕਾਬੂ ਕੀਤਾ ਹੈ, ਉਹ ਕਹਿੰਦੇ ਵੀ ਸਾਧ ਸੰਗਤ ਆਰ ਗੁਰ ਕਿਰਪਾ ਤੇ, ਦੋ ਚੀਜ਼ਾਂ। ਸਾਧ ਸੰਗਤ ਕਰਦਿਆਂ ਕਰਦਿਆਂ ਗੁਰੂ ਦੀ ਕਿਰਪਾ ਹੋ ਗਈ, ਕਹਿੰਦੇ ਮਨ ਕਾਬੂ ਚ ਆ ਗਿਆ। ਦਾਸ ਤੇ ਸਖੋਜਤ ਮੈਂ ਫਿਰਿਓ, ਜਤ ਦੇਖੋ ਤਤ ਸੋਏ, ਮਨ ਵਸੇ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਦੋ ਹੀ ਚੀਜ਼ਾਂ ਗੁਰੂ ਕੋ, ਸਤ ਸੰਗਤ ਦੇ ਵਿੱਚ ਆ ਕੇ ਸਤਿਗੁਰਾਂ ਜੀ ਦੀ ਕਿਰਪਾ ਹੁੰਦੀ। ਬਸ ਇੱਕ ਨਿਯਮ ਬਣਾ ਲਓ ਵੀ ਛੱਡਿਓ ਨਾ, ਕਿਰਪਾ ਹੋ ਜੂਗੀ। ਨਿਰਮਲ ਬਾਬੇ ਨੇ ਕੋਈ ਕਿਰਪਾ ਨਹੀਂ ਕਰਨੀ ਕਿਸੇ ਤੇ, ਉਹਦੇ ਤੇ ਕਿਰਪਾ ਹੋ ਰਹੀ ਹੈ। ਬਥੇਰਾ ਪੈਸਾ ਇਕੱਠਾ ਕਰ ਲਿਆ ਤੁਹਾਡੀ ਕਿਰਪਾ ਦੇ ਨਾਲ, ਪਰ ਤੁਹਾਡੇ ਤੇ ਨਹੀਂ ਹੋਈ। ਤੁਹਾਡੇ ਤੇ ਗੁਰੂ ਨੇ ਕਰਨੀ, ਪਰ ਲੈਣਾ ਕੁਝ ਨਹੀਂ ਤੁਹਾਡੇ ਕੋਲੋਂ। ਬਸ ਆਪਣਾ ਸਮਾਂ ਕੱਢ ਕੇ ਮਾਲਕ ਦੇ ਸਨਮੁਖ ਹੋਣਾ, ਲੈਣਾ ਨਹੀਂ ਗੁਰੂ ਨੇ ਸਾਡੇ ਕੋਲੋਂ ਕੁਝ ਵੀ। ਜਦੋਂ ਅਸੀਂ ਕਰਦੇ ਰਹੇ ਤੇ ਕਿਰਪਾ ਹੋ ਜਾਣੀ ਹੈ। ਸਾਧ ਸੰਗਤ ਕਰਦਿਆਂ ਸੰਗਤ ਕਰਦਿਆਂ ਕਿਰਪਾ ਹੋਣੀ। ਕਾਹਦਾ ਤਰੀਕਾ ਦੱਸਿਆ ਵੀ ਭਾਈ ਸਾਧ ਸੰਗਤ ਹੀ ਤਰਨ ਦਾ ਤਰੀਕਾ ਹੈ। ਨਾਮ ਜਪਾਵਨ ਧਿਆਨ ਚਰਨ ਕੋ, ਨਾਮ ਜਪਾਉਣ ਦੀ ਖਾਤਰ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨ ਕਮਲਾਂ ਦਾ ਧਿਆਨ ਧਰਨਾ, ਕੇਵਲ ਵਾਹਿਗੁਰੂ ਦੇ ਚਰਨਾਂ ਦਾ, ਹੋਰ ਨਹੀਂ ਮਨ ਨੂੰ ਕਿਸੇ ਪਾਸੇ ਜਾਣ ਦੇਣਾ। ਜੜੋਂ ਸਾਡੇ ਮਨ ਨੇ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰ ਲਿਆ, ਮਨ ਦੇ ਕਿਸੇ ਪਾਸੇ ਜਾਣਾ ਹੀ ਨਹੀਂ। ਪਰ ਜਦੋਂ ਤੱਕ ਧਿਆਨ ਕਿਸੇ ਹੋਰ ਪਾਸੇ, ਫਿਰ ਉੱਥੇ ਟਿਕਦਾ ਨਹੀਂ। ਜਦੋਂ ਸਾਡੇ ਮਨ ਵਿੱਚ ਕੋਈ ਹੋਰ ਗੱਲ ਹੈ ਨਾ, ਕੋਈ ਵੀ ਅਸੀਂ ਹੋਰ ਸ਼ਕਤੀ ਨੂੰ ਮੰਨਦੇ ਹਾਂ, ਉਦੋਂ ਤੱਕ ਨਹੀਂ ਧਿਆਨ ਟਿਕਣਾ। ਮੈਂ ਇੱਕ ਥਾਂ ਤੇ ਮੈਨੂੰ ਕੋਈ ਸਿੰਘ ਲੈ ਗਿਆ ਤੇ ਥੋੜਾ ਸਮਾਂ ਤੇ ਕਥਾ ਕੀਤੀ। ਫਿਰ ਉਹ ਕਹਿੰਦੇ ਬਾਬਾ ਜੀ ਸਾਡਾ ਮਸਲਾ ਥੋੜਾ ਜਿਹਾ ਉਲਝਿਆ ਹੋਇਆ ਹੈ। ਮੈਂ ਕਿਹਾ ਚੱਲ ਇੱਧਰ ਬਹਿ ਜਾਓ, ਬਹਿ ਕੇ ਗੱਲ ਕਰ ਲਓ। ਮੈਂ ਕਿਹਾ ਕਿਹਨੂੰ ਮੰਨਦੇ ਆ ਤੁਸੀਂ? ਕਹਿੰਦੇ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ। ਮੈਂ ਉਹ ਤਾਂ ਮੈਨੂੰ ਪਤਾ ਹੈ, ਹੋਰ ਕਿਹਨੂੰ ਮੰਨਦੇ ਆ? ਕਹਿੰਦੇ ਜੀ ਇੱਕ ਫਿਰ ਸਾਡੇ ਪੀਰ ਬਣਾਇਆ ਹੋਇਆ ਹੈ, ਉਹਨੂੰ ਮੰਨਦੇ ਆ। ਮੈਂ ਉਹਨਾਂ ਦੇ ਵਸਤਰ, ਉਹਨਾਂ ਦੀ ਮਾਇਆ ਉਹਨਾਂ ਦੀ ਜੇਬ 'ਚ ਪਾਤੀ। ਮਾਂ ਜੀ ਆਪਣੇ ਕੋਲ ਰੱਖੋ। ਕਹਿੰਦੇ ਜੀ ਕੀ ਹੋ ਗਿਆ? ਰੱਖੋ, ਤੁਹਾਨੂੰ ਦਿੱਤੀ। ਮੈਂ ਨਹੀਂ ਲੈਂਦਾ, ਮੇਰੀ ਤਾਂ ਸਾਂਝ ਸਿੱਖਾਂ ਨਾਲ ਹੈ। ਮੈਂ ਤਾਂ ਜੋ ਲੰਨਾ ਗੁਰੂ ਦੇ ਸਿੱਖ ਦਸਵੰਧ ਦਿੰਦੇ ਮੈਨੂੰ। ਆ ਪੀਰਾਂ ਵਾਲਾ ਤਾਂ ਫਿਰ ਪੀਰ ਤੇ ਮੱਥਾ ਟੇਕਿਆ ਹੋਗਾ, ਜਿੱਥੇ ਆਖੋ ਸਤਿਨਾਮ ਵਾਹਿਗੁਰੂ, ਰੋਟੀ ਮੱਥਾ ਟੇਕਿਓ ਤੁਸੀਂ, ਮੈਂ ਨਹੀਂ ਲੈਂਦਾ ਹੈ। ਕਿਉਂ ਬਈ, ਕੀ ਰਿਸ਼ਤੇਦਾਰੀ ਤੁਹਾਡੀ? ਕਹਿੰਦੇ ਜੀ ਐ ਹੋ ਗਿਆ, ਉਹ ਹੋ ਗਿਆ। ਮੈਂ ਕਿਹਾ ਵੀ ਇੱਕ ਕੰਮ ਕਰ ਲਓ, ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਓ, ਜਾਂ ਫਿਰ ਉਹਨੂੰ ਮੰਨ ਲਓ। ਐਵੇਂ ਕਾਹਨੂੰ ਚੱਕਰਾਂ 'ਚ ਪਏ ਹੋਏ? ਉਹ ਕਹਿੰਦੇ ਜੀ ਖਹਿੜਾ ਕਿਵੇਂ ਛੁੱਟੂ? ਮੈਂ ਖਹਿੜਾ ਤਾਂ ਹੁਣੇ ਛੁੱਟ ਜੂਗਾ। ਖਹਿੜਾ ਕਿਹੜੇ ਉਹਨੇ ਕਰਿਆ, ਤੁਹਾਡਾ ਤੁਸੀਂ ਕਰਿਆ ਹੋਇਆ ਉਹਨੇ। ਅਸੀਂ ਕਿਸੇ ਦੇ ਪਿੱਛੇ ਜਾਂਦੇ ਆ ਨਾ, ਸਾਡੇ ਪਿੱਛੇ ਤਾਂ ਨਹੀਂ ਕੋਈ ਆਉਂਦਾ। ਮੈਨੂੰ ਕਹਿੰਦੇ ਬਾਬਾ ਜੀ ਸਾਰੇ ਆਪਣੀ ਆਪਣੀ ਥਾਂ ਤੇ ਠੀਕ ਨੇ। ਮੈਂ ਕਿਹਾ ਜੀ ਮੈਂ ਕਦੋਂ ਗਲਤ ਕਿਹਾ? ਸਾਰੇ ਆਪਣੀ ਆਪਣੀ ਥਾਂ ਤੇ ਠੀਕ ਨੇ, ਮੈਂ ਤਾਂ ਕਦੇ ਕਿਹਾ ਨਹੀਂ ਵੀ ਗਲਤ ਹੈ। ਮੈਂ ਤਾਂ ਆਪ ਕਹਿੰਦਾ ਵੀ ਸਾਰੇ ਆਪਣੀ ਆਪਣੀ ਥਾਂ ਤੇ ਠੀਕ ਨੇ। ਗਲਤ ਤਾਂ ਤੁਸੀਂ ਜਾਣ ਵਾਲੇ ਹੋ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਗਲਤ ਹਾਂ ਜਿਹੜੇ ਜਾਣੇ ਆ, ਉਹ ਤਾਂ ਆਪਣੀ ਆਪਣੀ ਥਾਂ ਤੇ ਠੀਕ ਨੇ। ਉਹ ਕਿਹੜੇ ਸਾਡੇ ਕੋਲ ਆਉਂਦੇ ਆ? ਮੈਂ ਨਹੀਂ ਕਹਿੰਦਾ ਵੀ ਉਹ ਆਪਣੀ ਆਪਣੀ ਥਾਂ ਤੇ ਕੋਈ ਗਲਤ ਹੈ, ਸਾਰੇ ਆਪਣੀ ਆਪਣੀ ਥਾਂ ਤੇ ਠੀਕ ਨੇ। ਆਪਾਂ ਗਲਤ ਹੈ ਗੁਰਮੁਖੋ, ਆਪਾਂ ਕਿਉਂ ਜਾਣੇ ਹਾਂ? ਉਹ ਤਾਂ ਆਪਣੀ ਥਾਂ ਤੇ ਠੀਕ ਨੇ। ਕਹਿੰਦੇ ਜੀ ਫਿਰ ਕਰ ਦਿਓ ਕਿਰਪਾ। ਮੈਂ ਕਿਰਪਾ ਤਾਂ ਹੋਈ ਪਈ ਹੈ। +2 ਦਾ ਬੱਚਾ ਉਹ ਅੜ ਗਿਆ, ਕਹਿੰਦਾ ਨਾ ਜੀ। ਮੈਂ ਉਹਨੂੰ ਬਿਠਾਇਆ, ਮੈਂ ਕਿਹਾ ਕੀ ਕਹਿੰਦੀ ਤੇਰੀ ਸਾਇੰਸ, ਆਤਮਾ, ਪਰਮਾਤਮਾ? ਉਹ ਅੜਦਾ ਸੀ, ਉਹ ਫਿਰ ਤਿਆਰ ਹੋ ਗਿਆ। ਫਿਰ ਉਹ ਸਭ ਤੋਂ ਪਹਿਲਾਂ ਕਹੀ ਚੱਕੀ, ਉਹਨੇ ਸੱਬਲ ਚੱਕਿਆ, ਕਹਿੰਦਾ ਜੀ ਚਲੋ ਉਹੀ ਅੱਗੇ। ਤੇ ਅਸੀਂ ਗਏ ਤੇ ਭਾਈ ਕਹਿੰਦਾ ਚੌਪਈ ਦਾ ਪਾਠ ਕਰ ਲਓ। ਮੈਂ ਕਿਹਾ ਮੈਂ ਤਾਂ ਨਹੀਂ ਕਰਦਾ, ਮੈਂ ਨਹੀਂ ਕਰਦਾ। ਕਹਿੰਦਾ ਅਰਦਾਸ ਕਰ ਲਓ। ਮੈਂ ਉਹ ਵੀ ਨਹੀਂ ਕਰਦਾ। ਇਹ ਸਾਰੀਆਂ ਚੀਜ਼ਾਂ ਤੁਸੀਂ ਤਾਂ ਕਰਦੇ ਹੋ, ਤੁਹਾਨੂੰ ਡਰ ਲੱਗਦਾ ਇਹਦੇ ਕੋਲੋਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਤਾਂ ਡਰਦਾ ਨਹੀਂ, ਮੈਂ ਨਹੀਂ ਚੌਪਈ ਸਾਹਿਬ ਪੜ੍ਹਦਾ। ਇਹਦਾ ਮੈਨੂੰ ਕਾਹਦਾ ਡਰ ਹੈ? ਚੌਪਈ ਦਾ ਪਾਠ ਮੈਂ ਕਰਾਂਗਾ, ਮਾਲਕ ਦਾ ਸ਼ੁਕਰਾਨਾ ਕਰਾਂਗਾ, ਅਰਦਾਸ ਸ਼ੁਕਰਾਨੇ ਦੀ ਕਰਾਂਗਾ, ਇਹ ਤੋਂ ਥੋੜ੍ਹੀ ਡਰਾਂਗਾ। ਉਹ ਜੋੜੇ ਕੱਢਣ ਨੂੰ ਫਿਰੇ। ਮੈਂ ਕਿਹਾ ਮੰਨਦਾ ਤੁਹਾਨੂੰ? ਕਹਿੰਦਾ ਨਾ ਜੀ।
ਤੇ ਗੁਰਮੁਖੋ ਖਹਿੜਾ ਛੁੱਟ ਗਿਆ, ਸਹੀ ਰਸਤੇ ਤੇ ਆ ਗਏ। ਅੱਜ ਬੜੇ ਆਨੰਦ ਚ ਨੇ ਉਹ। ਇਸ ਕਰਕੇ ਬੇਨਤੀ ਹੈ, 5 ਵਾਰੀ ਮੱਥਾ ਟੇਕ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ, 7 ਵਾਰੀ ਟੇਕ ਲਓ, 11 ਵਾਰੀ ਟੇਕ ਲਓ, 30 ਵਾਰੀ ਟੇਕ ਲਓ ਮੱਥਾ, ਫਾਇਦਾ ਹੋਊਗਾ। ਪਰ ਦੂਸਰੇ ਥਾਂ ਤੇ ਮੱਥਾ ਟੇਕਿਆ ਤੇ ਸਾਡਾ ਨੁਕਸਾਨ ਹੋਊਗਾ। ਕਿਉਂ? ਅਸੀਂ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ। ਗੁਰੂ ਕਹਿੰਦਾ ਓਏ ਤੈਨੂੰ ਦੱਸਿਆ ਕੀ ਸੀ, ਕਰਦਾ ਤੂੰ ਕੀ ਫਿਰਦਾ? ਚਰਨਾਂ ਵਿੱਚ ਧਿਆਨ ਟਿਕੇਗਾ। ਧਿਆਨ ਤਾਂ ਟਿਕਿਆ ਹੋਇਆ ਹੀ ਹੈ, ਬਸ ਦੂਸਰੇ ਪਾਸੇ ਤੋਂ ਹਟਾਓ ਤੇ ਇੱਧਰ ਟਿਕ ਜਾਣਾ। ਬੋਲਿਆ ਮਨ ਦਾ ਕੀ ਸਮਝਾਉਣਾ, ਇਧਰੋਂ ਪੁੱਟਣਾ ਤੇ ਉਧਰ ਲਾਉਣਾ। ਆਪਾਂ ਪੁੱਟਿਆ ਨਹੀਂ ਨਾ ਮਨ ਨੂੰ, ਧਿਆਨ ਪੁੱਟੋ ਤੇ ਇੱਧਰ ਤਾਂ ਲੱਗਿਆ ਹੋਇਆ ਹੀ ਹੈ। ਆਪਾਂ ਇਧਰੋਂ ਪੁੱਟੀ ਫਿਰਦੇ ਹਾਂ ਧਿਆਨ, ਧਿਆਨ ਤਾਂ ਉੱਥੇ ਲੱਗਿਆ ਹੋਇਆ ਸੀ। ਮਾਤਾ ਦੇ ਉਦਰ ਦੇ ਵਿੱਚ ਧਿਆਨ ਪਰਮਾਤਮਾ ਦੇ ਚਰਨਾਂ ਵਿੱਚ ਸੀ, ਪਰ ਜਦੋਂ ਮਾਇਆ ਦਾ ਅਸਰ ਹੋਇਆ ਤੇ ਧਿਆਨ ਟੁੱਟ ਗਿਆ। ਸਤਿਗੁਰੂ ਜੀ ਕਹਿੰਦੇ ਮੁੜ ਕੇ ਉੱਥੇ ਆ ਜਾ ਮਨਾ, ਉੱਥੇ ਆ ਜਾ ਜਿੱਥੇ ਸੀ ਸੁੱਖ ਸੀ ਨਾ। ਤੈਨੂੰ ਉੱਥੇ ਮਾਤਾ ਦੇ ਉਦਰ ਦੇ ਵਿੱਚ ਸੇਕ ਨਹੀਂ ਲੱਗਣ ਦਿੱਤਾ ਉਹਨੇ, ਰੰਚਕ ਮਾਤਰ ਵੀ। ਤੇ ਹੁਣ ਵੀ ਤੈਨੂੰ ਉਹੀ ਬਚਾਊਗਾ। ਮਾਤ ਗਰਮ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ, ਤਾਰਹੁ ਤਾਰਨ ਹਾਰੇ। ਉੱਥੇ ਕਿਹਨੇ ਬਚਾਇਆ ਸੀ ਤੈਨੂੰ ਮਾਤਾ ਦੇ ਉਦਰ ਵਿੱਚ? ਹੈਗਾ ਤੇ ਕੋਈ ਉੱਥੇ? ਤੈਨੂੰ ਪਤਾ ਸੀ ਕਿਸੇ ਬਾਰੇ? ਇੱਕੋ ਹੀ ਸੀ ਨਾ। ਹੁਣ ਵੀ ਉਹੀ ਆ, ਹੁਣ ਕਿਹੜੇ ਕਿਤੇ ਚਲਾ ਗਿਆ? ਤੂੰ ਭੁੱਲ ਗਿਆ ਉੱਤੇ ਤਾਂ ਤੈਨੂੰ ਉਹ ਨਹੀਂ ਭੁੱਲਿਆ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੋਏ। ਉਹ ਤੂੰ ਭੁਲਾਇਆ, ਉਹ ਥੋੜੀ ਭੁੱਲਿਆ ਤੈਨੂੰ। ਉਹ ਤਾਂ ਹੁਣ ਵੀ ਵੇਂਦਾ ਮੇਰੇ ਵੱਲ ਆ ਜਾਵੇ। ਨਾਮ ਜਪਾਉਣ ਦੇ ਲਈ, ਮਾਲਕ ਦੇ ਚਰਨਾਂ ਦੇ ਵਿੱਚ ਧਿਆਨ ਟਿਕਾਉਣ ਦੇ ਲਈ। ਭਗਤਨ ਦੁਖਾ ਜਨਮ ਮਰਨ ਕੋ, ਭਗਤਾਂ ਦੇ ਦੁੱਖਾਂ ਨੂੰ, ਜਨਮ ਮਰਨ ਦੇ ਦੁੱਖ ਨੂੰ ਕੱਟਣ ਦੇ ਲਈ। ਦੇਨ ਆਸਰਾ ਏਕ ਸ਼ਰਨ ਕੋ, ਸਤਿਗੁਰਾਂ ਜੀ ਨੇ ਇੱਕ ਪ੍ਰਮਾਤਮਾ ਦੀ ਸ਼ਰਨ ਦੀ ਟੇਕ ਦਿੱਤੀ ਹੈ ਕਿ ਭਾਈ ਇੱਕ ਦੀ ਸ਼ਰਨ ਦੇ ਵਿੱਚ ਰਹਿਣਾ। ਦੇਖੋ ਆਪਾਂ ਤਾਂ ਸਿੱਧਾ ਹੀ ਹਿਸਾਬ ਲਾਉਣਾ ਹੁੰਦਾ, ਮੋਟਾ ਜਿਹਾ ਹੀ ਹਿਸਾਬ ਲਾਉਣਾ ਵੀ ਸਾਡੇ ਮਾਂ ਪਿਓ ਕਿੰਨੇ ਨੇ। ਹੁਣ ਜੇ ਕੋਈ ਇਹ ਸਵਾਲ ਕਰ ਦੇਵੇ ਸਾਨੂੰ ਵੀ ਤੇਰੇ ਡੈਡੀ ਕਿੰਨੇ ਨੇ, ਤੇਰੀ ਮਾਵਾਂ ਕਿੰਨੀਆਂ ਨੇ, ਅਸੀਂ ਥੱਪੜ ਮਾਰਾਂਗੇ ਵੱਟ ਕੇ ਵੀ ਮਾਂ ਪਿਓ ਤਾਂ ਇੱਕੋ ਹੀ ਹੁੰਦੇ ਨੇ। ਜਨਮ ਦੇਣ ਵਾਲੇ ਮਾਂ ਪਿਓ ਇੱਕੋ ਹੁੰਦੇ ਨੇ, ਦੋ ਤਾਂ ਹੁੰਦੇ ਨੇ। ਹੁਣ ਕੋਈ ਸਵਾਲ ਕਰੇ ਵੀ ਤੇਰੀਆਂ ਮਾਵਾਂ ਕਿੰਨੀਆਂ ਨੇ, ਵੀ ਤੇਰੇ ਪਿਓ ਕਿੰਨੇ ਨੇ, ਗਲਤ ਹੈ ਨਾ ਸਵਾਲ। ਮਾਂ ਪਿਓ ਜਨਮ ਦੇਣ ਵਾਲੇ ਇੱਕੋ ਹੀ ਹੁੰਦੇ ਨੇ। ਤੇ ਫਿਰ ਹੁਣ ਕੋਈ ਕਹੇ ਵੀ ਰੱਬ ਇੰਨੇ ਹੁੰਦੇ ਨੇ, ਗੁਰੂ ਇੱਥੇ ਹੁੰਦੇ ਨੇ, ਇਹ ਵੀ ਫਿਰ ਚਪੇੜਾਂ ਖਾਣ ਵਾਲੇ ਕੰਮ ਹੈ ਇਹ। ਜੇ ਸਾਨੂੰ ਕੋਈ ਪੁੱਛੇ ਤੇਰੀ ਮਾਵਾਂ ਕਿੰਨੀਆਂ ਨੇ, ਅਸੀਂ ਵੱਟ ਕੇ ਚਪੇੜ ਮਾਰਾਂਗੇ ਵੀ ਮਾਂ ਤਾਂ ਇੱਕੋ ਹੀ ਹੁੰਦੀ। ਤੇ ਜੇ ਪੁੱਛੇ ਪਿਓ ਕਿੰਨੇ ਨੇ, ਫਿਰ ਢਾ ਲਾਂਗੇ ਵੀ ਪਿਓ ਤਾਂ ਇੱਕੋ ਹੀ ਹੁੰਦਾ। ਤੇ ਹੁਣ ਫਿਰ ਤੁਸੀਂ ਇੰਨੇ ਗੁਰੂ ਕਿਵੇਂ ਮੰਨ ਲਏ, ਇੰਨੇ ਰੱਬ ਕਿਵੇਂ ਮੰਨ ਲਏ? ਉਹ ਭਲਿਓ ਗੁਰੂ ਵੀ ਇੱਕ ਹੈ, ਪ੍ਰਮਾਤਮਾ ਵੀ ਇੱਕ ਹੈ। ਤਾਂ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਸਾਡੇ ਚਪੇੜਾਂ ਤਾਂ ਪੈ ਰਹੀਆਂ, ਇਹ ਸਾਡੇ ਠੁੱਡੇ ਤਾਂ ਪੈ ਰਹੇ ਆ ਵੀ ਹੈ ਤਾਂ ਇੱਕ ਹੈ ਤੇ ਆਪਾਂ ਨੇ ਕਿੰਨੇ ਬਣਾ ਲਏ। ਗਾਵਾਂ ਤਾਂ ਰੱਖੀਆਂ ਘਰ ਦੇ ਵਿੱਚ ਨਾ। ਗਾਂ ਦਾ ਬੱਚਾ ਜੇ ਦੂਸਰੀ ਗਾਂ ਨੂੰ ਚੁੰਗਣ ਚਲੇ ਜਾਵੇ, ਉਹਨੂੰ ਦੁੱਧ ਕੋਈ ਨਹੀਂ ਮਿਲਦਾ। ਗਾਂ ਲੱਤਾਂ ਮਾਰਦੀ ਉਹਦੇ ਮੂੰਹ ਤੇ। ਦੂਸਰੀ ਗਾਂ ਥੱਲੇ ਗਿਆ ਬੱਚਾ ਤੇ ਲੱਤਾਂ ਮੂੰਹ ਲਾਉਣ ਨਹੀਂ ਦਿੰਦੀ ਉਹਨੂੰ। ਤੇ ਦੁੱਧ ਦਾ ਗੁਰਮੁਖੋ ਦੀ ਮਾਂ ਨੇ ਚੜਾਉਣਾ, ਉਹਨੂੰ ਦੂਈ ਨੇ ਕੋਈ ਨਹੀਂ ਚੰਗਾਉਣਾ। ਇਸ ਕਰਕੇ ਸਾਡੀ ਖਬਰ, ਸਾਡੀ ਸਾਰ, ਸਾਡੇ ਦੁੱਖ ਉਸੇ ਨੇ ਕੱਟਣੇ, ਹੋਰ ਕਿਸੇ ਜਾ ਕੇ ਤੇ ਲੱਤਾਂ ਹੀ ਖਾਓਗੇ। ਮਰਜ਼ੀ ਹੈ, ਖਾਈ ਜਾਓ, ਦੁਖੀ ਹੈ। ਆ ਜਾਓ ਆਪਣੀ ਮਾਂ ਦੇ ਕੋਲ, ਆ ਜਾਓ ਆਪਣੇ ਮਾਲਕ ਦੇ ਕੋਲ। ਇੱਕ ਮਾਲਕ ਦੀ ਸ਼ਰਨ, ਇੱਕ ਮਾਲਕ ਦਾ ਟੇਕ ਆਸਰਾ। ਭਾਈ ਇੱਥੇ ਹੀ ਸਾਡਾ ਭਲਾ ਹੋਣਾ। ਕੁਮਤ ਕੁਚਾਲ ਕੁਕਰਮ ਹਰਨ ਕੋ, ਖੋਟੀ ਮਤ, ਭੈੜੀ ਚਾਲ, ਕੁਕਰਮ, ਮਾੜੇ ਕਰਮ, ਇਹਨਾਂ ਸਾਰਿਆਂ ਨੂੰ ਨਾਸ ਕਰਨ ਦੇ ਲਈ। ਪੀਰ ਮੀਰ ਸਿੱਧ ਦਰਪ ਛਰਨ ਕੋ, ਇਹ ਜਿਹੜੇ ਪੀਰ ਨੇ, ਜਿਹੜੇ ਮੀਰ ਨੇ, ਜਿਹੜੇ ਸਿੱਧ ਨੇ, ਇਹ ਜਿਹੜੇ ਛਲ ਕਰ ਰਹੇ ਨੇ ਲੋਕਾਂ ਦੇ ਨਾਲ, ਝੂਠ ਬੋਲ ਰਹੇ ਨੇ, ਪਖੰਡ ਕਰ ਰਹੇ ਨੇ,
ਉਹਨਾਂ ਨੂੰ ਵਾਹਿਗੁਰੂ ਨਾਸ ਦੇ ਕਰਨ ਦੇ ਲਈ। ਵਾਹਿਗੁਰੂ ਦੇ ਜਾਪ ਰਰਨ ਕੋ ਇੱਕੋ ਹੀ ਸਤਿਗੁਰਾਂ ਜੀ ਨੇ ਰੱਖਿਆ ਹੈ ਵੀ ਬਾਬੇ ਤਾਰੇ ਚਾਰ ਚੱਕ ਸਤ ਨਾਮ ਪੜ ਮੰਤਰ ਸੁਣਾਇਆ। ਇੱਕੋ ਹੀ ਗੱਲ ਕਹੀ ਸਤਿਗੁਰਾਂ ਜੀ ਨੇ ਸਾਰਿਆਂ ਨੂੰ ਕਿ ਭਾਈ ਵਾਹਿਗੁਰੂ ਦਾ ਸਿਮਰਨ ਕਰ ਲਓ, ਬਸ ਕੁਝ ਵੀ ਕਰਨ ਦੀ ਲੋੜ ਨਹੀਂ। ਤੁਹਾਡੇ ਪੁੰਨ, ਤੁਹਾਡੇ ਦਾਨ, ਤੁਹਾਡੀ ਪਾਠ, ਤੁਹਾਡਾ ਪੂਜਾ ਸਭ ਕੁਝ ਦੇ ਵਿੱਚ ਆ ਜਾਊਗਾ। ਕਹਿ ਲਓ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ। ਕਹਿ ਲਓ, ਬਸ ਇੰਨੇ 'ਚ ਹੀ ਸਾਰਾ ਕੁਝ, ਇਹਦੇ ਵਿੱਚ ਹੀ ਸਾਰਾ ਕੁਝ ਹੈ। ਇਸ ਤੋਂ ਪਰੇ ਕੁਝ ਨਹੀਂ, ਇਸ ਤੋਂ ਬਾਹਰ ਕੁਝ ਨਹੀਂ ਹੈ। ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਇੱਕ ਵਾਰ ਵਾਹਿਗੁਰੂ ਕਹਿ ਲਓ, ਇਹਦੇ ਵਿੱਚ ਸਾਰਾ ਕੁਝ ਹੀ ਹੈ। ਗੁਰੂ ਪਾਤਸ਼ਾਹ ਜੀ ਨੇ ਸਤਨਾਮ ਦਾ ਮੰਤਰ ਜਪਾਉਣ ਦੀ ਖਾਤਰ ਦੋਹਰਾ ਇਹ ਵਿਧ ਬਿਬਦ ਸੁਬਦਨ ਬਦ ਪਦ ਅਰਬਿੰਦ ਮਨਾਏ। ਇਸ ਤਰ੍ਹਾਂ ਇਹ ਸਾਰੇ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਖੜੇ ਅਰਦਾਸਾਂ ਕਰਦੇ ਨੇ, ਮਾਲਕ ਤੂੰ ਜਗਤ ਦੇ ਵਿੱਚ ਪ੍ਰਗਟ ਹੋਇਆ, ਉਂਝ ਤੇ ਤੂੰ ਦਿਖਾਈ ਨਹੀਂ ਨਾ ਦੇਖ ਦਿੰਦਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ। ਉਹ ਕਿਹੜੇ ਦਿਖਾਈ ਦਿੰਦਾ, ਪਰ ਹੁਣ ਗੁਰੂ ਨਾਨਕ ਦੇ ਰੂਪ ਦੇ ਵਿੱਚ ਤੁਹਾਡੇ ਦਰਸ਼ਨ ਹੋ ਰਹੇ ਨੇ। ਇਉਂ ਸਤਿਗੁਰਾਂ ਜੀ ਦੀ ਉਸਤਤ ਕਰਦੇ ਸਾਰੇ ਗਏ ਆਪਣੇ ਲੋਕ ਕੋ ਜਹ ਜਹ ਤੇ ਜੋ ਆਏ। ਇਸ ਤਰ੍ਹਾਂ ਨਮਸਕਾਰਾਂ ਕਰਕੇ, ਉਸਤਤ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਉਹ ਚਲੇ ਜਾਂਦੇ ਨੇ, ਅਲੋਪ ਹੋ ਜਾਂਦੇ ਹਨ। ਚੌਪਈ ਅਚਰਜ ਭਈ ਹੇਰ ਕਰ ਮਾਤਾ। ਮਾਤਾ ਬੜੀ ਹੈਰਾਨ ਹੁੰਦੀ ਹੈ ਵੇਖ ਕੇ ਇਹ ਸੁਪਨੇ ਨੂੰ। ਜਾਨੀ ਪਰ ਨ ਗਤ ਨਿਜ ਤਾਤਾ। ਆਪਣੇ ਪੁੱਤਰ ਦੀ ਗਤ ਮਿਤ ਦਾ ਪਤਾ ਹੀ ਨਹੀਂ ਚੱਲਦਾ। ਭਇਓ ਹਿਰਦੇ ਮਹਿ ਸੰਭ੍ਰਮ ਜਾਗੀ। ਜਦੋਂ ਅੱਖ ਖੋਲੀ ਤੇ ਮਨ ਦੇ ਵਿੱਚ ਭਰਮ ਹੋ ਗਿਆ। ਸੁਤ ਅਵੈਵ ਸਭ ਦੇਖਣ ਲਾਗੀ। ਤੇ ਆਪਣੇ ਪੁੱਤਰ ਨੂੰ ਪਿਆ ਧਿਆਨ ਦੇ ਨਾਲ ਵੇਖਣ ਲੱਗੇ। ਚੰਦਨ ਸੋ ਚਰਚਿਤ ਹੈ ਸਾਰੇ। ਪਰ ਜਿਹੜਾ ਚੰਦਨ ਛਿੜਕਿਆ ਹੋਇਆ ਸੀ ਸੁਪਨੇ ਦੇ ਵਿੱਚ, ਬਹੁਤ ਸੁਗੰਧ ਸੋ ਜਜੇ ਨਿਹਾਰੇ। ਉਹਦੀ ਸੁਗੰਧੀ ਹੁਣ ਵੀ ਆ ਰਹੀ ਹੈ। ਸੰਭ੍ਰਮ ਮਨ ਨਹਿ ਤਿਰਤਾ ਹੋਈ। ਤੇ ਹੁਣ ਮਨ ਦਾ ਟਿਕਾ ਨਹੀਂ ਬਣਦਾ। ਜੋ ਸੁਪਨੇ 'ਚ ਵੇਖਿਆ ਤੇ ਉਹ ਸੱਚ ਹੈ। ਇਹ ਸੱਚ ਸੀ, ਸੁਪਨਾ ਸੱਚਾ ਨਹੀਂ ਹੁੰਦਾ। ਸੁਪਨੇ ਦਾ ਤਾਂ ਜੋ ਕੁਝ ਹੁੰਦਾ ਵਿੱਚੇ ਨਾਸ, ਪਰ ਸੁਗੰਧੀ ਕਿੱਥੋਂ ਆ ਰਹੀ ਹੈ? ਇਹ ਆ ਨਹੀਂ ਨਾ ਸਮਝ ਆ ਰਹੀ। ਇਹ ਛਿੱਟੇ ਕਿੱਥੋਂ ਪਏ ਹੋਏ ਦਿਸਦੇ ਨੇ ਮੈਨੂੰ। ਇਸ ਤਰ੍ਹਾਂ ਮਨ ਜਿਹੜਾ ਹੈ ਇਸ ਗੱਲ ਨੂੰ ਜਾਣਨ ਦੇ ਲਈ ਬੇਚੈਨ ਹੋ ਜਾਂਦਾ ਵੀ ਸੱਚਾਈ ਸਾਹਮਣੇ ਆਵੇ ਵੀ ਕੀ ਇਹ ਸੱਚ ਸੀ ਜਾਂ ਝੂਠ ਸੀ, ਝੂਠ ਸੀ ਜਾਂ ਸੱਚ ਸੀ, ਇਹ ਕੀ ਸੀ। ਇਹ ਮਨ ਬੇਚੈਨ ਹੋ ਗਿਆ ਜਾਣਨ ਦੇ ਲਈ। ਕਿਧੋ ਸਾਚ ਕੈ ਸੁਪਨਾ ਸੋਈ। ਇਹ ਸੁਪਨੇ ਦੇ ਵਿੱਚ ਝੂਠ ਸੀ ਸਾਰਾ ਜਾਂ ਬਿਲਕੁਲ ਸੱਚ ਸੀ ਇਹ। ਹਿਰਦੈ ਵਿਚਾਰਤ ਆਰਤ ਮਾਤਾ। ਜਿਉਂ ਜਿਉਂ ਮਾਤਾ ਵਿਚਾਰ ਕਰਦੀ ਹੈ ਤਿਉਂ ਤਿਉਂ ਆਰਤ ਮਾਤਾ ਮਨ ਦੁਖੀ ਹੁੰਦਾ। ਆਰਤ ਨਾਮ ਹੈ ਦੁੱਖ ਦਾ। ਨਿਰਣੈ ਹੋਏ ਨਾ ਏਕੈ ਬਾਤਾ। ਇੱਕ ਗੱਲ ਦਾ ਨਿਰਣਾ ਨਹੀਂ ਹੋਇਆ ਵੀ ਇਹ ਸੁਪਨਾ ਸੀ ਜਾਂ ਇਹ ਸੱਚ ਸੀ। ਸੱਚ ਸੁਪਨਾ ਨਹੀਂ ਹੁੰਦਾ ਤੇ ਸੁਪਨਾ ਸੱਚ ਨਹੀਂ ਹੁੰਦਾ, ਕਿਉਂਕਿ ਸੁਪਨੇ ਦਾ ਤਾਂ ਕੁਝ ਸੁਪਨੇ 'ਚ ਹੀ ਖਤਮ ਹੋ ਜਾਂਦਾ ਨਾ। ਪਰ ਆ ਸੱਚ ਹੈ ਇਹ, ਫਿਰ ਮੈਨੂੰ ਸੁਪਨਾ ਕਿਵੇਂ ਕਹਾਂ ਜੇ ਸੱਚ। ਇਸ ਤਰ੍ਹਾਂ ਮਾਤਾ ਵਿਚਾਰਦੀ ਹੈ ਤੇ ਪਤਾ ਨਹੀਂ ਚੱਲ ਰਿਹਾ, ਸਮਝ ਨਹੀਂ ਆ ਰਹੀ। ਸੁਤ ਕੀ ਮਹਿਮਾ ਮਨ ਮਹਿਮਾਨੀ। ਫਿਰ ਕਹਿੰਦੀ ਵੀ ਜੇ ਹੁਣ ਤੱਕ ਇਹ ਸੁਗੰਧੀਆਂ ਆ ਰਹੀਆਂ ਤੇ ਇਹਦਾ ਭਾਵ ਵੀ ਇਹ ਸੁਪਨਾ ਨਹੀਂ, ਇਹ ਤਾਂ ਬਿਲਕੁਲ ਸੱਚ ਹੀ ਹੈ। ਮਨ ਦੇ ਵਿੱਚ ਪੁੱਤਰ ਦੀ ਮਹਿਮਾ ਨੂੰ ਮੰਨਿਆ। ਇਹ ਅਵਤਾਰ ਸਤ ਚਿਤ ਜਾਨੀ। ਕਹਿੰਦੀ ਫਿਰ ਪੰਡਤ ਜੀ ਦੀ ਗੱਲ ਸੱਚੀ ਹੋਇਆ ਇਹ ਵਾਕਿਆ ਮੇਰਾ ਪੁੱਤਰ ਅਵਤਾਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਂ ਦੀ ਭਾਵਨਾ ਬਣ ਗਈ। ਕਹਿੰਦੇ ਫਿਰ ਹਰਦਿਆਲ ਪੰਡਤ ਜੀ ਦੀ ਗੱਲ ਸੱਚੀ ਹੈ। ਇਹਦਾ ਪਿਤਾ ਤਾਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਪਰ ਗੱਲ ਸੱਚੀ ਹੈ। ਫਿਰ ਇਹ ਵੀ ਜੇ ਆਹ ਗੱਲ ਇਸ ਤਰ੍ਹਾਂ ਫਿਰ ਸੱਚੀ ਹੈ। ਮਨ ਦੇ ਵਿੱਚ ਪੁੱਤਰ ਦੇ ਪ੍ਰਤੀ ਭਾਵਨਾ ਬਣ ਗਈ। ਦੋਹਰਾ
जिसके पद अरविंद को दिव्य रूप बहु आए। ਕਹਿੰਦੇ ਵੀ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਨੂੰ ਵੇਖਣ ਲਈ, ਦਰਸ਼ਨ ਕਰਨ ਦੇ ਲਈ ਇਹ ਜਿਹੜੀਆਂ ਦਿਵ ਰੂਹਾਂ ਆਈਆਂ ਹਨ, ਕਰੀ ਆਪ ਚਿਤ ਪ੍ਰੀਤ ਸੋ ਬਾਰ ਬਾਰ ਸਿਰ ਨਿਆਏ। ਤੇ ਬਾਰ-ਬਾਰ ਉਹਨਾਂ ਨੇ ਆਪਣੀਆਂ ਬੇਨਤੀਆਂ ਕੀਤੀਆਂ, ਬਾਰ-ਬਾਰ ਮੇਰੇ ਪੁੱਤਰ ਨੂੰ ਸਿਰ ਨਵਾਇਆ। ਚੌਪਈ ਹਉ ਹੇਰੇ ਸੁਪਨੇ ਕੀ ਨਿਆਈ। ਇਹ ਮੈਂ ਵੇਖਿਆ ਤਾਂ ਸੁਪਨੇ ਦੀ ਨਿਆਈ ਐ, ਅਬ ਲੋ ਚਰਚਿਓ ਬਿਦਤ ਦਿਸਾਈ। ਪਰ ਆ ਜਿਹੜੀ ਸੁਗੰਧੀ ਆ ਰਹੀ ਹੈ ਹੁਣ ਤੱਕ, ਚਿਤ ਵਿਚਾਰ ਕਰਤਿਓ ਪ੍ਰਭਾਤੂ। ਇਸ ਤਰ੍ਹਾਂ ਵਿਚਾਰ ਕਰਦਿਆਂ ਕਰਦਿਆਂ ਸਵੇਰ ਦਾ ਸਮਾਂ ਹੋ ਗਿਆ। ਚੜਿਓ ਸਮਾਰ ਤੰਡ ਬਖਿਆਤੂ। ਸੂਰਜ ਚੜ ਗਿਆ ਜਿਸ ਵਕਤ, ਜਾਨੀ ਨਾਨਕ ਜੀ ਮਨ ਮਾਤਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਜੀ ਜਿਹੜੇ ਇਸ ਵਕਤ ਵਿਚਾਰ ਕਰ ਰਹੇ ਨੇ, ਤਾਨ ਦਈ ਤਬ ਮੋਹ ਕਨਾਤਾ। ਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਜਾਣਿਆ ਵੀ ਮਾਤਾ ਹੁਣ ਰਾਤ ਦੇ ਸੁਪਨੇ ਨੂੰ ਲੈ ਕੇ ਜਾਣਨ ਦੀ ਕੋਸ਼ਿਸ਼ ਕਰ ਰਹੀ, ਉਹ ਸੱਚ ਮੰਨ ਰਹੀ, ਨਾਲ ਦੀ ਨਾਲ ਸਤਿਗੁਰਾਂ ਜੀ ਨੇ ਫਿਰ ਉਹਦੇ ਉੱਤੇ ਮਾਇਆ ਦੇ ਮੋਹ ਦੀ ਕਨਾਤ ਪਾ ਦਿੱਤੀ, ਪਰਦਾ ਪਾਤਾ। ਵਿਦਾਂਤ ਕਹਿੰਦਾ ਹੈ ਵੀ ਆਤਮਾ ਇੱਕ ਵਾਰ ਪਰਮਾਤਮਾ ਨੂੰ ਮਿਲਦੀ ਜਦੋਂ ਅਸੀਂ ਬਿਲਕੁਲ ਸੁੱਤੇ ਹੁੰਦੇ, ਸੰਸਾਰ ਤੋਂ ਟੁੱਟੇ, ਉਸੇ ਸ਼ਕਤੀ ਦੇ ਨਾਲ ਆਤਮਾ ਕੰਮ ਕਰਦੀ। ਪਰ ਕਹਿੰਦੇ ਵੀ ਅੱਖ ਖੁੱਲ੍ਹਦੇ ਹੀ ਫਿਰ ਉਹ ਸਾਨੂੰ ਮਿਲਾਪ ਭੁੱਲ ਜਾਂਦਾ, ਫਿਰ ਮਾਇਆ ਦਾ ਅਸਰ ਹੋ ਜਾਂਦਾ ਹੈ। ਇਹ ਅਵਸਥਾ ਹੈ, ਆਤਮਾ ਪਰਮਾਤਮਾ ਬਿਨਾਂ ਰਹਿ ਨਹੀਂ ਸਕਦੀ। ਕਹਿੰਦੇ ਮੇਲ ਹੁੰਦਾ, ਟੱਚ ਹੁੰਦਾ ਇੱਕ ਵਾਰ, ਪਰ ਅਸੀਂ ਜਾਗਦੇ ਹਾਂ ਤੇ ਨਾਲ ਦੀ ਨਾਲ ਮਾਇਆ ਦਾ ਅਸਰ ਹੋ ਜਾਂਦਾ, ਫਿਰ ਭੁੱਲ ਜਾਂਦੇ ਅਸੀਂ ਸਾਰਾ ਕੁਝ। ਸੋ ਇਸ ਤਰ੍ਹਾਂ ਮਾਇਆ ਨੂੰ, ਮਾਤਾ ਨੂੰ ਸਤਿਗੁਰਾਂ ਜੀ ਨੇ ਮਾਇਆ ਦੇ ਚੱਕਰ 'ਚ ਫੇਰ ਪਾਤਾ, ਭਰਮ ਵਿੱਚ ਪਾ ਕੇ। ਜਾਗੇ ਪੁੰਨ ਕਰ ਕੈ ਮੁਖ ਰੂਖਾ। ਰੁੱਖਾ ਜਾਂ ਮੁਖ ਕਰਕੇ ਸਤਿਗੁਰੂ ਜੀ ਜਾਗਦੇ ਨੇ। ਕਹੈ ਮਾਤ ਦੇ ਭੋਜਨ ਭੂਖਾ। ਕਹਿਣ ਲੱਗਾ ਮਾਤਾ ਮੈਨੂੰ ਤਾਂ ਭੁੱਖ ਬੜੀ ਲੱਗੀ ਹੈ, ਛਕਾਓ ਕੁਝ। ਨਿਸਕੀ ਭੂਲੀ ਸਕਲ ਵਿਚਾਰਾ। ਜਦੋਂ ਸਤਿਗੁਰਾਂ ਜੀ ਨੇ ਕਿਹਾ ਮਾਤਾ ਜੀ ਭੁੱਖ ਲੱਗੀ, ਕੁਝ ਛਕਣਾ, ਕੰਨ 'ਚ ਆਵਾਜ਼ ਪਈ ਤੇ ਰਾਤ ਦਾ ਉਹ ਸਾਰਾ ਸੁਪਨਾ ਮਾਤਾ ਭੁੱਲ ਗਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਸ ਵਕਤ ਮਾਤਾ ਦੇਵਕੀ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਫੜਿਆ ਨਾ ਕੰਨ ਤੋਂ, ਕਹਿੰਦੇ ਮੂੰਹ ਅੱਡ ਕੇ ਦਿਖਾ ਤੂੰ ਮਿੱਟੀ ਖਾਧੀ ਹੋਈ। ਜਦੋਂ ਉਹਨਾਂ ਨੇ ਮੂੰਹ ਅੱਡਿਆ ਤੇ ਤਿੰਨਾਂ ਲੋਕਾਂ ਦੇ ਦਰਸ਼ਨ ਕਰਾਤੇ, ਮੂੰਹ ਜੀ ਅੱਡ ਕੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਜਦੋਂ ਮਾਤਾ ਨੂੰ ਪਤਾ ਲੱਗਦਾ ਹੈ ਤੇ ਮਾਤਾ ਜੀ ਉਹਨੂੰ ਸਾਰਾ ਕੁਝ ਭੁਲਾ ਦਿੰਦੇ ਨੇ, ਭੁਲਾ ਦਿੰਦੇ। ਇਹ ਚੇਤੇ ਰੱਖਿਓ ਵੀ ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਾ ਪਛਾਣ ਲਵੇ, ਦੇਖੋ ਜਣਾਉਣਾ ਤਾਂ ਉਹਦਾ ਆਪਣਾ ਕੰਮ ਹੈ, ਅਸੀਂ ਤਾਂ ਨਹੀਂ ਜਾਣ ਸਕਦੇ। ਪਿਤਾ ਜੀ ਨੂੰ ਜਣਾ ਦਿੰਦੇ। ਜੇ ਪਤਾ ਲੱਗ ਜਾਂਦਾ ਮਾਤਾ ਪਿਤਾ ਨੂੰ ਵੀ ਇਹ ਪਰਮੇਸ਼ਰ ਹੈ ਸਾਡੇ ਘਰੇ ਆਇਆ ਹੋਇਆ ਗੁਰਮੁਖੋ, ਫਿਰ ਇਹ ਚਾਰ ਉਦਾਸੀਆਂ ਕੋਈ ਨਹੀਂ ਸੀ ਹੁੰਦੀਆਂ। ਉਹਨਾਂ ਨੇ ਕੁੰਡਾ ਲਾ ਕੇ ਰੱਖਣਾ ਸੀ ਵੀ ਹੁਣ ਤੈਨੂੰ ਬਾਹਰ ਨਹੀਂ ਜਾਣ ਦੇਣਾ। ਭਗਵਾਨ ਜੀ ਗੱਜ ਕੇ ਆਖੋ ਸਤਿਨਾਮ। ਉਹਨਾਂ ਨੇ ਕਿੱਥੇ ਜਾਣ ਦੇਣਾ ਸੀ? ਰੱਬ ਨੂੰ ਕੋਈ ਜਾਣ ਦਿੰਦਾ? ਕਹਿੰਦਾ ਬਹਿ ਜਾ ਇੱਥੇ, ਹੁਣ ਨਹੀਂ ਕਿਤੇ ਜਾਣਾ। ਰੱਬ ਨੂੰ ਕਿਹੜਾ ਜਾਣ ਦੇਊਗਾ? ਰੱਬ ਕਿਸੇ ਨੂੰ ਮਿਲ ਜੇ ਜਾਣ ਦੇਊਗਾ? ਉਹਨੇ 7 ਜੰਦਰੇ ਲਾ ਦੇਣੇ ਵੀ ਹੁਣ ਨਹੀਂ ਬਾਹਰ ਜਾਣਾ, ਬਹਿ ਜੇ ਇੱਥੇ। ਇਸ ਕਰਕੇ ਗੁਰਮੁਖੋ ਸਤਿਗੁਰਾਂ ਜੀ ਨੇ ਸੋਝੀ ਕਰਾਈ ਨਹੀਂ ਵੀ ਇਹਨਾਂ ਨੇ ਫਿਰ ਅਗਲਾ ਕੰਮ ਨਹੀਂ ਕਰਨ ਦੇਣਾ, ਕਿਉਂਕਿ ਮੋਹ ਜਿਹਨੂੰ ਪਤਾ ਲੱਗ ਜੇ ਵੀ ਇਹ ਪ੍ਰਮਾਤਮਾ ਹੈ, ਜਾਣ ਦਿਓ ਉਹਨੂੰ, ਕਦੇ ਵੀ ਨਹੀਂ। ਮਾਤਾ ਜੀ ਭੁੱਲ ਜਾਂਦੇ ਹਨ ਰਾਤ ਦੀ ਸਾਰੀ ਗੱਲ। ਲਖੀਰ ਦੇ ਸੁਤ ਮੈਂ ਭੁਖਿਆਰਾ। ਬਸ ਫਿਰ ਧਿਆਨ ਉੱਥੇ ਚਲੇ ਗਏ, ਮੇਰੇ ਪੁੱਤਰ ਤੇ ਭੁੱਖ ਲੱਗੀ ਹੋਈ ਹੈ। ਦਧ ਸੋ ਆਸਨ ਦੀਨ ਹਿਤ ਖਾਨੇ। ਮਾਤਾ ਜੀ ਨੇ ਫਿਰ ਚਾਵਲ ਦਿੱਤੇ ਦਹੀਂ ਦੇ ਨਾਲ। ਜਿਉ ਆਗੇ ਜਾਣੈ ਤਿਉ ਜਾਣੇ। ਜਿਵੇਂ ਅੱਗੇ ਆਪਣੇ ਪੁੱਤਰ ਨੂੰ ਪੁੱਤਰ ਸਮਝਦੀ ਸੀ, ਫੇਰ ਆਪਣੇ ਪੁੱਤਰ ਨੂੰ ਪੁੱਤਰ ਸਮਝਣ ਲੱਗੀ। ਸਿਰਫ 15 ਦਿਨ ਪਹਿਲਾਂ ਜਾਣ ਤੋਂ ਸਤਿਗੁਰਾਂ ਜੀ ਨੇ ਆਪਣੀ ਮਾਤਾ ਨੂੰ ਸੋਝੀ ਕਰਾਈ ਸੀ। 15 ਦਿਨ, ਸਿਰਫ 1 ਮਹੀਨਾ ਪਹਿਲਾਂ ਪਿਤਾ ਜੀ ਨੂੰ, 15 ਦਿਨ ਪਹਿਲਾਂ ਮਾਤਾ ਜੀ।
ਨਹੀਂ, ਸਤਿਗੁਰਾਂ ਜੀ ਨੇ ਜਣਾਇਆ ਨਹੀਂ ਉਹਨਾਂ ਨੂੰ ਪ੍ਰਮਾਤਮਾ ਬਾਰੇ ਵੀ ਪ੍ਰਮਾਤਮਾ ਕੀ ਹੁੰਦਾ ਹੈ। ਕਿ ਜਦੋਂ ਜਣਾਇਆ ਫਿਰ ਉਹ ਕਹਿੰਦੇ ਵੀ ਅਸੀਂ ਰਹਿਣਾ ਨਹੀਂ ਇੱਥੇ, ਅਸੀਂ ਤਾਂ ਨਹੀਂ ਰਹਿਣਾ, ਸਾਨੂੰ ਤਾਂ ਤੋਰ ਅੱਗੇ। ਬਸ ਜਿਵੇਂ ਪਹਿਲਾਂ ਮਾਤਾ ਜੀ ਜਾਣਦੇ ਉਸ ਤਰ੍ਹਾਂ ਹੀ ਜਾਣਨ ਲੱਗੇ। ਦੋਹਰਾ ਅਸਨ ਸਦਨ ਤੇ ਅਚਵਕੈ, ਮਿਲੇ ਬਾਲ ਜਹ ਜਾਲ। ਗੁਰੂ ਪਾਤਸ਼ਾਹ ਜੀ ਨੇ ਘਰੋਂ ਆਪਣਾ ਭੋਜਨ ਲਿਆ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨਾਲ ਖੇਡਣ ਵਾਲੇ ਨੇ ਉਹ ਆ ਜਾਂਦੇ ਨੇ, ਦਰਵਾਜ਼ੇ ਤੇ ਖੜ ਜਾਂਦੇ ਵੀ ਕਦੋਂ ਆਉਂਦੇ ਨੇ ਬਾਹਰ। ਫਿਰ ਬੱਚਿਆਂ ਨੂੰ ਵੇਖਦੇ ਉਹਨਾਂ 'ਚ ਜਾ ਰਲਦੇ ਹਨ। ਪਦ ਨੂਪਰ ਕਟ ਕਿੰਕਨੀ, ਹੋਵਤ ਸ਼ਬਦ ਵਿਸਾਲ। ਪੈਰਾਂ ਦੇ ਵਿੱਚ ਪਾਏ ਹੋਏ ਨੂਪਰ, ਕੜੇ, ਫਿਰ ਕਾਟ, ਕੰਕਨੀ, ਸਗਲੇ ਤੇ ਕੰਗਣੀ ਜੋ ਪਾਈ ਜਾਂਦੀ, ਉਹ ਸਾਰੇ ਫਿਰ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਛਣਕਦਿਆਂ ਦੇ ਸੁਣਾਈ ਦਿੰਦੇ ਨੇ ਜਦੋਂ ਗੁਰੂ ਪਾਤਸ਼ਾਹ ਜੀ ਉਹਨਾਂ ਬੱਚਿਆਂ ਦੇ ਨਾਲ ਦੌੜੇ ਜਾਂਦੇ ਨੇ, ਖੇਡਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਬਾਰੇ ਜਣਾ ਵੀ ਦਿੱਤਾ ਤੇ ਨਾਮ ਵੀ ਜਾਣ ਦਿੱਤਾ। ਇਹ ਪਾਤਸ਼ਾਹ ਜੀ ਦੀ ਆਪਣੀ ਕਲਾ ਭਾਈ। ਇਸ ਤੋਂ ਅਗਲਾ ਪ੍ਰਸਾਰਣ ਅਗਲੇ ਸਮੇਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ, हे ਪੂਰਨ हे ਸਰਬ ਮੈਂ ਦੁਖ ਭੰਜਨ ਗੁਣਤਾਸ। हे ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। हे ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। हे ਅਪਰੰਪਰ ਹਰਿ ਹਰੇ ਹਰਿ ਪੀ ਹੋਵਨ ਹਾਰ। हे ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। हे ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹਿਯ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰਿ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੋਹਿਲਾ।